ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰਹੁ ਵਣਜਾਰਿਹੁ, ਵਖਰ ਲਿਹੁ ਸਮਾਲ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਵਣਜ ਕਰਹੁ ਵਣਜਾਰਿਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਬਾਣੀ ਦੀ ਵਿਚਾਰ ਜੋ ਸ੍ਰੀ ਰਾਗ ਦੇ ਅੰਦਰ ਚੱਲ ਰਹੀ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਸ੍ਰੀ ਰਾਗ ਦੇ ਅੰਦਰ ਜੋ ਸ਼ਬਦ ਹਨ, 22 ਸ਼ਬਦਾਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। ਇਸ ਤੋਂ ਅੱਗੇ ਦੀ ਵਿਚਾਰ ਗੁਰੂ ਕਿਰਪਾ ਸਦਕਾ ਕਰੀਏ ਔਰ ਸੁਣੀਏ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਅੰਦਰ ਸ਼ਬਦ ਉਚਾਰਨ ਕਰਦੇ ਹਨ। ਵਣਜ ਕਰਹੁ ਵਣਜਾਰਿਹੁ, ਵਖਰ ਲਿਹੁ ਸਮਾਲ। ਇਹ ਜੀਵ ਇੱਕ ਵਣਜਾਰਾ ਹੈ। ਜਿੰਨੇ ਵੀ ਸੰਸਾਰ ਦੇ ਵਿੱਚ ਅਸੀਂ ਮਨੁੱਖ ਜਾਤੀ ਦੇ ਲੋਕ ਹਾਂ, ਇੱਥੇ ਕੋਈ ਵਣਜ ਵਪਾਰ ਕਰਨ ਵਾਸਤੇ ਆਏ ਹਾਂ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ, ਦੋਇ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਸੂਰਜ ਤੇ ਚੰਦਰਮਾ ਦੋ ਦੀਵੇ ਹਨ ਤੇ 14 ਭਵਨ ਜਿਹੜੇ ਇਸ ਬ੍ਰਹਿਮੰਡ ਦੇ ਅੰਦਰ ਹਨ, ਇੱਥੇ ਇਹ ਹਟਨਾਲੇ ਬਾਜ਼ਾਰ ਹਨ। ਜਿੰਨੇ ਵੀ ਜੀਵ ਆਏ ਹਨ ਸਾਰੇ ਵਣਜਾਰੇ ਹਨ, ਵਪਾਰੀ ਹਨ, ਸੌਦਾਗਰ ਹਨ। ਵਣਜਾਰਾ ਜਿਹੜਾ ਨਗਰ ਨਗਰ ਵਿੱਚ ਜਾ ਕੇ ਆਪਣੀਆਂ ਵਸਤੂਆਂ ਵੇਚੇ ਜਾਂ ਖਰੀਦੇ, ਉਹਨੂੰ ਵਣਜਾਰਾ ਸੌਦਾਗਰ ਆਦਿ ਕਿਹਾ ਜਾਂਦਾ। ਔਰ ਖੁੱਲ੍ਹੇ ਹੱਟ ਹੋਵਾ ਵਪਾਰ। ਹਜ਼ੂਰ ਕਹਿੰਦੇ ਹੱਟ ਬਾਜ਼ਾਰ ਖੁੱਲ੍ਹੇ ਹੋਏ ਨੇ ਤੇ ਜੋ ਪਹੁੰਚਿਆ ਸੋ ਚੱਲਣ ਹਾਰ। ਇੱਥੇ ਵਪਾਰ ਕਰ ਰਹੇ ਨੇ ਸਾਰੇ ਲੋਕ, ਕੁਝ ਕੌਡੀਆਂ ਦਾ, ਕੁਝ ਹੀਰਿਆਂ ਦਾ, ਕੋਈ ਹੋਰ ਵਸਤੂਆਂ ਦਾ, ਜਿਵੇਂ ਵਪਾਰ ਹੁੰਦਾ। ਇਸੇ ਪ੍ਰਕਾਰ ਕਰਮ ਵੱਖਰੇ ਵੱਖਰੇ ਨੇ ਅਤੇ ਵੱਖਰਾ ਵੱਖਰਾ ਉਹਨਾਂ ਕਰਮਾਂ ਦਾ ਫਲ ਯਾਨੀ ਨਫਾ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਧਰਮ ਰਾਜ ਜੋ ਹੈ ਜੀਆਂ ਦੇ ਕਰਮਾਂ ਦੇ ਮੁਤਾਬਕ ਠੱਪੇ ਲਾ ਰਿਹਾ, ਨਿਸ਼ਾਨ ਨਿਸ਼ਾਨੀਆਂ ਲਾ ਰਿਹਾ, ਚਿੰਨ੍ਹ ਲਾ ਰਿਹਾ ਵੀ ਇਸਨੇ ਇਹ ਕਰਮ ਕੀਤੇ, ਇਹ ਫਲ ਇਹਨੂੰ ਦਿੱਤਾ ਜਾਏ। ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਦੇ ਦਰ 'ਤੇ ਉਹੀ ਲੋਕ ਪ੍ਰਵਾਨ ਹਨ ਜਿਨ੍ਹਾਂ ਨੇ ਇੱਥੇ ਮਾਤ ਲੋਕ 'ਤੇ ਆ ਕੇ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਖੱਟਿਆ ਹੈ। ਇਸ ਪ੍ਰਕਾਰ ਇੱਥੇ ਹਜ਼ੂਰ ਕਹਿ ਰਹੇ ਨੇ, ਇਹ ਜੀਵ ਰੂਪ ਵਣਜਾਰਿਓ, ਵਣਜ ਕਰੋ। ਜਿਵੇਂ ਸੋਹਿਲਾ ਸਾਹਿਬ ਬਾਣੀ 'ਚ ਆਇਆ, ਜਾਂ ਕਹੋ ਆਏ ਸੋਈ ਬਿਹਾਜੋ। ਬਿਹਾਜਣਾ ਹੁੰਦਾ ਖਰੀਦਣਾ, ਹਰ ਗੁਰ ਤੇ ਮਨ ਹੈ ਬਸੇਰਾ। ਵਖਰ ਲਿਹੁ ਸਮਾਲ। ਆਪਣਾ ਵਖਰ ਜੋ ਸੌਦਾ ਹੈ ਸਾਂਭ ਲਓ, ਸਾਂਭ ਕੇ ਰੱਖੋ। ਵਣਜ ਵਪਾਰ ਕਰਕੇ ਜਿਹੜਾ ਸੌਦਾ ਹੈ ਉਸਨੂੰ ਸੰਭਾਲੋ, ਜੋ ਖਰੀਦਿਆ ਹੈ। ਭਾਵ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰੋ ਅਤੇ ਸਾਂਭ ਕੇ ਰੱਖੋ। ਵਖਰ ਸੌਦਾ ਸਾਂਭਣਾ ਕਿਹਾ ਹੈ ਕਿ ਕਾਮ, ਕ੍ਰੋਧ, ਲੋਭ, ਹੰਕਾਰ ਤੋਂ ਬਚਣਾ, ਚੁਗਲੀ ਨਿੰਦਿਆ ਤੋਂ ਬਚਣਾ, ਤਾਂ ਕਿ ਸਾਡਾ ਖਰੀਦਿਆ ਹੋਇਆ ਸੌਦਾ ਅਜਾਈ ਨਾ ਚਲਿਆ ਜਾਏ, ਇਹਨੂੰ ਸੰਨ ਨਾ ਲੱਗ ਜਾਏ, ਚੋਰ ਸੰਨ ਨਾ ਲਾ ਲੈਣ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਉਸ ਵਸਤੂ ਨੂੰ ਖਰੀਦਣਾ ਚਾਹੀਦਾ ਜੋ ਨਾਲ ਤੋੜ ਤੱਕ ਨਿਭੇ, ਸਾਥ ਨਿਭਾਵੇ। ਅੰਤਲੇ ਸਮੇਂ ਤੱਕ ਜਿਹੜੀ ਵਸਤੂ ਸਾਡਾ ਸਾਥ ਦੇਵੇ, ਉਹ ਜਿਹੜੀ ਖਰੀ ਵਸਤੂ ਹੈ, ਮਹਿੰਗੀ ਵਸਤੂ ਹੈ, ਉਹੀ ਖਰੀਦਣੀ ਚਾਹੀਦੀ ਹੈ। ਜਿਵੇਂ ਹਜ਼ੂਰ ਨੇ ਕਿਹਾ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਵਾਹਿਗੁਰੂ ਦੇ ਨਾਮ ਦਾ ਕੀਰਤਨ, ਜਸ ਵਾਹਿਗੁਰੂ ਜੀ ਦਾ ਇਹੀ ਹੈ ਬੰਧਨਾਂ ਤੋਂ ਰਹਿਤ ਕਰਨ ਵਾਲਾ।
ਔਰ ਇਹਦੇ ਨਿਮਖ ਮਾਤਰ ਕਰਨ ਦੇ ਨਾਲ, ਸਿਮਰਨ ਕਰਨ ਨਾਲ ਹੀ ਜੀਵ ਛੁੱਟ ਸਕਦਾ। ਜਿਹੜੇ ਹੋਰ ਪਖੰਡ ਵਾਲੇ ਕਰਮ ਧਰਮ ਹਨ, ਉਹਨਾਂ ਨੂੰ ਤਾਂ ਜਗਾਤੀਆ ਮਹਿਸੂਲ ਲਾਉਣ ਵਾਲਾ, ਟੈਕਸ ਲਾਉਣ ਵਾਲਾ ਜਿਹੜਾ ਜਾਮ ਹੈ, ਉਹ ਰਾਹ 'ਚ ਲੁੱਟ ਲੈਂਦਾ। ਹਜ਼ੂਰ ਕਹਿੰਦੇ ਨੇ, ਅੱਗੇ ਵਸਤ ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸੁਮਾਲ। ਅੱਗੇ ਇਸ ਵਸਤੂ ਦਾ ਮੁੱਲ ਪਾਉਣ ਵਾਲਾ ਸ਼ਾਹੂਕਾਰ ਪਰਮਾਤਮਾ, ਜਿਹਦੇ ਅੱਗੇ ਜਾ ਕੇ ਵਸਤੂ ਰੱਖਣੀ ਹੈ। ਇੱਥੇ ਸੰਸਾਰ ਰੂਪੀ ਬਾਜ਼ਾਰ ਵਿੱਚ ਅਸੀਂ ਆਏ ਹਾਂ ਵਣਜਾਰੇ ਬਣ ਕੇ। ਜਿਹੜੀ ਚੀਜ਼ ਇੱਥੋਂ ਖਰੀਦ ਕੇ ਲਿਜਾਣੀ ਹੈ ਅੱਗੇ ਆਪਣੀ ਪੱਤ ਇੱਜ਼ਤ ਹਾਸਲ ਕਰਨ ਵਾਸਤੇ, ਉਹ ਵਾਹਿਗੁਰੂ ਦੇ ਨਾਮ ਦਾ ਸੌਦਾ ਹੈ। ਅਤੇ ਅੱਗੇ ਸ਼ਾਹੂਕਾਰ ਜੋ ਵਾਹਿਗੁਰੂ ਜੀ ਹਨ, ਉਹ ਬੜੇ ਸੁਜਾਨ, ਦਾਨੇ, ਪ੍ਰਧਾਨੇ, ਸਮਝਦਾਰ, ਸਿਆਣੇ ਹਨ। ਵਾਹਿਗੁਰੂ ਜੀ ਵਰਗਾ ਤਾਂ ਸਿਆਣਾ ਕੋਈ ਹੋ ਹੀ ਨਹੀਂ ਸਕਦਾ। ਅਤੇ ਜੇ ਵਸਤੂ ਤੁਸੀਂ ਚੰਗੀ ਖਰੀਦ ਕੇ ਇੱਥੋਂ ਲੈ ਗਏ, ਲਾਭ ਖੱਟ ਕੇ ਲੈ ਗਏ ਨਾਲ, ਔਰ ਵਸਤੂ ਹੋਈ ਬੇਸ਼ਕੀਮਤੀ, ਬਹੁ ਮੁੱਲ ਵਾਲੀ, ਤਾਂ ਉਹ ਵਾਹਿਗੁਰੂ ਪਰਮਾਤਮਾ ਸਿਆਣਾ ਸ਼ਾਹੂਕਾਰ ਹੈ। ਲੈਸੀ ਵਸਤ ਸੰਭਾਲ, ਉਹ ਤੁਹਾਡੇ ਕੋਲੋਂ ਵਸਤੂ ਲੈ ਕੇ ਸੰਭਾਲ ਲਵੇਗਾ, ਭਾਵ ਮੁੱਲ ਪਾਵੇਗਾ ਜ਼ਰੂਰ। ਇਹ ਨਹੀਂ ਪਈ ਉਹ ਸਮਝਦਾਰ ਨਹੀਂ ਹੈ ਅਤੇ ਇਸ ਵਸਤੂ ਦੀ ਕਦਰ ਨਹੀਂ ਕਰੇਗਾ, ਉਹ ਕਦਰਦਾਨ ਨਹੀਂ, ਉਹ ਕਦਰਦਾਨ ਹੈ। ਉਹ ਇਸ ਵਸਤੂ ਦਾ ਮੁੱਲ ਪੂਰਾ ਪਾਵੇਗਾ। ਭਾਈ ਰੇ ਰਾਮ ਕਹੋ ਚਿਤ ਲਾਏ। ਹਜ਼ੂਰ ਕਹਿੰਦੇ, ਹੁਣ ਤੁਹਾਨੂੰ ਦੱਸਦੇ ਹਾਂ ਰਹਾਉ ਦੀਆਂ ਪੰਕਤੀਆਂ ਅੰਦਰ ਵੀ ਕਿਸ ਕਰਮ ਵੱਲ ਅਸੀਂ ਇਸ਼ਾਰਾ ਕਰ ਰਹੇ, ਕਿਹੜੀ ਵਸਤੂ ਖਰੀਦਣ ਬਾਬਤ ਅਸੀਂ ਕਹਿ ਰਹੇ ਹਾਂ। ਭਾਈ ਰੇ, ਹੈ ਭਾਈ, ਰਾਮ ਪਰਮਾਤਮਾ ਦਾ ਨਾਮ ਦਾ ਉਚਾਰਨ ਕਰੋ। ਰਾਮ ਜੋ ਵਿਆਪਕ ਸਰੂਪ ਹੈ, ਰਮਿਆ ਹੋਇਆ ਸਾਰੇ ਸ੍ਰਿਸ਼ਟੀ ਅੰਦਰ, ਉਸ ਵਾਹਿਗੁਰੂ ਦਾ ਨਾਮ ਉਚਾਰਨ ਕਰੋ। ਪਰ ਨਾਲ ਹੀ ਸਤਿਗੁਰੂ ਜੀ ਕਹਿ ਰਹੇ ਨੇ, ਚਿੱਤ ਲਾਏ। ਨਾਮ ਨੂੰ ਉਚਾਰਨ ਕਰੋ ਚਿੱਤ ਲਾ ਕੇ। ਪਰਮੇਸ਼ਰ ਦੇ ਨਾਮ ਦਾ ਉਚਾਰਨ, ਪ੍ਰਭ ਕੀ ਉਸਤਤ ਕਰੋ, ਸੰਤ ਮੀਤ, ਸਾਵਧਾਨ, ਏਕਾਗਰ ਚੀਤ। ਜਿੱਥੇ ਮਨ ਨਹੀਂ ਹਾਜ਼ਰ, ਉਹ ਕਰਮ ਚੱਜ ਨਾਲ ਨਹੀਂ ਹੁੰਦਾ। ਕੋਈ ਵੀ ਦੁਨੀਆ ਦਾ ਕੰਮ ਕਰੀਏ ਅਤੇ ਜੇ ਉੱਥੇ ਧਿਆਨ ਸਾਡਾ ਹੈ ਤਾਂ ਉਹ ਸਹੀ ਢੰਗ ਨਾਲ ਕਾਰਜ ਹੋ ਜਾਏਗਾ। ਜੇ ਧਿਆਨ ਸਾਡਾ ਉਖੜਿਆ ਹੋਇਆ ਤਾਂ ਹੋ ਸਕਦਾ ਉਹ ਸਵਾਰਨ ਦੀ ਥਾਂ 'ਤੇ ਅਸੀਂ ਕੰਮ ਵਿਗਾੜ ਲਈਏ। ਇਸ ਵਾਸਤੇ ਚਿੱਤ ਲਾ ਕੇ ਵਾਹਿਗੁਰੂ ਦਾ ਉਚਾਰਨ ਕੀਤਾ ਨਾਮ ਹੀ ਸਫਲਾ ਹੈ। ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਗਤ ਤਿਨ ਪਾਇਆ। ਇਸ ਵਾਸਤੇ ਚਿੱਤ ਲਾ ਕੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਰਾਮ ਦਾ, ਉਹ ਉਚਾਰਨ ਕਰੋ। ਹਰ ਜਸ ਵਖਰ ਲੈ ਚੱਲੋ, ਸਹੁ ਦੇਖੈ ਪਤੀ ਆਏ। ਹਰੀ ਦੇ ਜਸ ਦਾ ਵੱਖਰ ਸੌਦਾ ਨਾਲ ਲੈ ਕੇ ਚੱਲੋ ਵਾਹਿਗੁਰੂ ਦੇ ਦਰ 'ਤੇ। ਪਰਮਾਤਮਾ ਦੀ ਦਰਗਾਹ ਵਿੱਚ ਤੁਸੀਂ ਜਾਣਾ, ਹਰੀ ਦੇ ਜਸ ਦਾ ਵੱਖਰ ਸੌਦਾ, ਇਹ ਵਸਤੂ ਨਾਲ ਲੈ ਕੇ ਜਾਓ। ਸਹੁ ਦੇਖੈ ਪਤੀ ਆਏ। ਜੋ ਸ਼ਹੁ ਹੈ ਪਤੀ ਪਰਮਾਤਮਾ, ਉਹ ਜਦੋਂ ਵੇਖਦਾ ਤੁਹਾਡੇ ਵੱਲ ਕਿ ਇਹ ਸੌਦਾ ਲੈ ਕੇ ਆਏ ਹਨ, ਫਿਰ ਉਹ ਪਤੀਜਦਾ ਹੈ। ਸੋ ਇਸ ਪ੍ਰਕਾਰ ਉਹ ਭਰੋਸਾ ਕਰ ਲੈਂਦਾ, ਤੁਹਾਡੇ 'ਤੇ ਯਕੀਨ ਕਰਦਾ ਹੈ। ਪਤੀ ਆਉਣਾ, ਪਤੀਜ ਜਾਣਾ। ਅਸੀਂ ਦੁਨੀਆ ਨੂੰ ਜਿਹੜਾ ਉਹ ਇਸ ਖਿਆਲ 'ਚ ਲਿਆਉਂਦੇ ਹਾਂ ਕਿ ਦੁਨੀਆ ਭਤੀਜੇ, ਦੁਨੀਆ ਨੂੰ ਭਰੋਸੇ 'ਚ ਲਿਆਉਣਾ ਚਾਹੁੰਦੇ, ਦੁਨੀਆ ਸਾਨੂੰ ਮੰਨੇ, ਦੁਨੀਆ ਸਾਡਾ ਸਤਿਕਾਰ ਕਰੇ। ਪਰ ਇਹ ਸਾਨੂੰ ਖਿਆਲ ਹੀ ਨਹੀਂ ਕਿ ਜਿਸ ਤਰ੍ਹਾਂ ਵਾਹਿਗੁਰੂ ਜੀ ਰੀਝਦੇ ਨੇ, ਜਿਸ ਤਰ੍ਹਾਂ ਪਰਮਾਤਮਾ ਭਤੀਜਦਾ, ਉਹ ਕਰਮ ਕਿਹੜਾ ਜੋ ਕਰੀਏ। ਉਹ ਹਰ ਜਸ ਵੱਖਰ ਲੈ ਚੱਲੋ। ਪਰਮੇਸ਼ਰ ਦੇ ਨਾਮ ਦਾ ਸੌਦਾ ਆਪਣੇ ਹਿਰਦੇ ਜਮ੍ਹਾਂ ਕਰਕੇ ਲੈ ਕੇ ਚੱਲੋ। ਫਿਰ ਵਾਹਿਗੁਰੂ ਅਕਾਲ ਪੁਰਖ ਜੀ ਮਿਹਰ ਦੀ ਨਜ਼ਰ ਕਰਕੇ ਵੇਖੇਗਾ, ਭਤੀਜੇਗਾ। ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ, ਕਿਉਂ ਤਿਨਾ ਸੁਖ ਹੋਏ। ਜਿਨ੍ਹਾਂ ਨੇ ਸੱਚ ਰੂਪ ਰਾਸ ਪੂੰਜੀ ਨਹੀਂ ਪ੍ਰਾਪਤ ਕੀਤੀ, ਜਿਨ੍ਹਾਂ ਦੇ ਪਾਸ ਸੱਚ ਦੀ ਰਾਸ ਨਹੀਂ ਹੈ। ਹੁਣ ਆਮ ਤੌਰ 'ਤੇ ਜਦੋਂ ਸੱਚ ਸ਼ਬਦ ਆਉਂਦਾ ਤਾਂ ਦੁਨਿਆਵੀ ਬਿਰਤੀ ਮੁਤਾਬਕ ਅਸੀਂ ਜਾਣਾਂਗੇ ਵੀ ਸੱਚ ਬੋਲਣ ਮਾਤਰ, ਵੀ ਝੂਠ ਨਾ ਬੋਲੀਏ, ਸੱਚ ਕੇਵਲ ਬੋਲੀਏ। ਪਰ ਸੱਚ ਦਾ ਦਰਜਾ ਬਹੁਤ ਉੱਚਾ ਹੈ। ਝੂਠ ਸਾਰਾ ਸੰਸਾਰ ਹੈ। ਸੰਸਾਰ ਦੀਆਂ ਜਿੰਨੀਆਂ ਗੱਲਾਂ, ਜਿੰਨੇ ਪਦਾਰਥ, ਜਿੰਨੇ ਸਰੀਰ, ਸਭ ਝੂਠ। ਜਿਵੇਂ ਹਜ਼ੂਰ ਨੇ ਕਿਹਾ, ਕੂੜ ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ, ਸਾਰਾ ਕੁਛ ਹੀ ਝੂਠ ਗਿਆ। ਹਜ਼ੂਰ ਨੇ ਨਾਨਕ ਵਖਾਣਾ ਬੇਨਤੀ, ਤੁਧ ਬਾਝ ਕੂੜੋ ਕੂੜ।
ਤੇ ਸੱਚ ਬਾਰੇ ਕਿਹਾ, ਸੱਚ ਤਾ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬੈ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਬਖਾਣੈ ਬੇਨਤੀ ਜਨ ਸੱਚ ਪੱਲੇ ਹੋਏ। ਸੱਚ ਹੈ ਵਾਹਿਗੁਰੂ ਪਰਮਾਤਮਾ, ਬਾਕੀ ਸਭ ਕੁਝ ਜੋ ਨਾਸਵੰਤ ਹੈ ਉਹ ਝੂਠ ਹੈ। ਫਿਰ ਹੋਰ ਦੂਜੀ ਰਾਸ ਸੱਚ ਵਾਲੀ ਕਿਹੜੀ? ਵਾਹਿਗੁਰੂ ਦਾ ਨਾਮ ਜੋ ਸੱਚ ਹੈ, ਵਾਹਿਗੁਰੂ ਆਪ ਸੱਚ ਹੈ, ਤੇ ਵਾਹਿਗੁਰੂ ਜੀ ਦੀ ਸਿਫਤੋ ਸਿਫਾਤ, ਵਾਹਿਗੁਰੂ ਜੀ ਦਾ ਨਾਮ, ਇਹ ਸੱਚ ਹੈ। ਜਿਨ੍ਹਾਂ ਦੇ ਕੋਲ ਇਹ ਸੱਚ ਦੀ ਰਾਸ ਪੂੰਜੀ ਨਹੀਂ ਹੈ, ਕਿਉਂ ਤੇ ਨਾ ਸੁਖ ਹੋਏ। ਹਜ਼ੂਰ ਕਹਿੰਦੇ ਉਹਨਾਂ ਦੇ ਤਾਈਂ ਕਿਵੇਂ ਆਤਮਿਕ ਸੁਖ ਪ੍ਰਾਪਤ ਹੋ ਸਕਦਾ, ਅੰਦਰਲਾ ਸੁਖ ਉਹਨਾਂ ਨੂੰ ਕਿਵੇਂ ਮਿਲ ਸਕਦਾ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਸੁਖ ਨਾਹੀ ਰੇ ਹਰ ਭਗਤ ਬਿਨਾ। ਜੀਤ ਜਨਮ ਰਤਨ ਮੋਲਕ, ਸਾਧ ਸੰਗਤ ਜਪ ਇਕ ਖਿਨਾ। ਖੋਟਾ ਵਣਜ ਵਣਜਿਆ ਮਨ ਤਨ ਖੋਟਾ ਹੋਏ। ਜੋ ਖੋਟੇ ਵਣਜ ਦਾ ਵਪਾਰ ਕਰਦੇ ਨੇ, ਖੋਟਾ ਵਣਜ ਵਣਜਿਆ, ਖੋਟਾ ਵਪਾਰ ਵਣਜਿਆ ਕਰਨ ਦੇ ਨਾਲ ਖੋਟੀਆਂ ਵਸਤੂਆਂ ਜਿਹੜੀਆਂ ਸਾਥ ਨਹੀਂ ਦੇਣ ਵਾਲੀਆਂ ਬਲਕਿ ਦੁਖਦਾਈ ਹੋ ਸਕਦੀਆਂ ਨੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਚੁਗਲੀ ਨਿੰਦਿਆ, ਧਨ ਪਦਾਰਥ ਜਮ੍ਹਾਂ ਕਰਨਾ, ਹੇਰਾ ਫੇਰੀਆਂ ਠੱਗੀਆਂ ਮਾਰ ਮਾਰ। ਹਜ਼ੂਰ ਕਹਿੰਦੇ ਨੇ ਕਿ ਖੋਟੇ ਪਦਾਰਥਾਂ ਦਾ ਵਣਜ ਵਪਾਰ ਕਰਨ ਦੇ ਨਾਲ ਮਨ ਤਨ ਖੋਟਾ ਹੋਏ। ਜੋ ਕਰਮ ਹੀ ਖੋਟਾ ਹੈ ਉਹਦੇ ਨਾਲ ਮਨ ਵੀ ਤੇ ਤਨ ਵੀ ਦੋਵੇਂ ਖੋਟੇ ਹੋ ਜਾਣਗੇ। ਫਾਹੀ ਫਾਥੇ ਮਿਰਗ ਜਿਉਂ ਦੂਖ ਘਣੋ ਨੇ ਤਰੋਏ। ਜਿਸ ਤਰ੍ਹਾਂ ਮਿਰਗ ਹਿਰਨ ਫਾਹੀਆਂ ਦੇ ਵਿੱਚ ਫਸ ਜਾਣ ਤੇ ਬਹੁਤ ਭਾਰੀ ਉਹਨੂੰ ਦੁੱਖ ਹੁੰਦਾ, ਫਸੇ ਹੋਏ ਹਿਰਨ ਨੂੰ ਕੋਈ ਭੱਜਣ ਨੂੰ, ਬਾਹਰ ਨਿਕਲਣ ਨੂੰ ਰਾਹ ਨਹੀਂ ਲੱਭਦਾ। ਇਸੇ ਤਰ੍ਹਾਂ ਦੇ ਉਹ ਜੀਵ ਹਨ ਜਿਨ੍ਹਾਂ ਨੇ ਖੋਟ ਦਾ ਵਪਾਰ ਕੀਤਾ, ਨਿੱਤ ਹੀ ਉਹ ਰੋਂਦੇ ਹਨ। ਘਣਾ ਦੁੱਖ ਉਹਨਾਂ ਨੇ ਪ੍ਰਾਪਤ ਕੀਤਾ, ਬਹੁਤੇ ਦੁੱਖ ਉਹਨਾਂ ਦੇ ਗਲ ਪੈ ਗਏ ਤੇ ਨਿੱਤ ਹੀ ਰੋਂਦਿਆਂ ਜੀਵਨ ਗੁਜ਼ਰਦਾ। ਉਹ ਇੰਝ ਹਨ ਜਿਸ ਤਰ੍ਹਾਂ ਫਾਹੀ ਵਿੱਚ ਫਸਿਆ ਹੋਇਆ ਮਿਰਗ ਹੁੰਦਾ। ਖੋਟੇ ਪੋਤੈ ਨਾ ਪਵਹਿ, ਤਿਨ ਹਰ ਗੁਰ ਦਰਸਨਾ ਹੋਏ। ਜਿਨ੍ਹਾਂ ਦੇ ਪਾਸ ਪਦਾਰਥ ਹੀ ਖੋਟਾ ਹੈ, ਜਿਵੇਂ ਸਿੱਕੇ ਖੋਟੇ ਹੋਣ, ਮੋਹਰ ਨਾ ਉੱਪਰ ਹੋਵੇ ਤੇ ਕੋਈ ਦੁਕਾਨਦਾਰ ਉਹਦਾ ਕੋਈ ਮੁੱਲ ਨਹੀਂ ਪਾਉਂਦਾ, ਆਪਣੇ ਖਜ਼ਾਨੇ ਵਿੱਚ ਉਹ ਦਾਖਲ ਨਹੀਂ ਕਰਦਾ। ਇਸੇ ਤਰ੍ਹਾਂ ਜੋ ਖੋਟੇ ਜੀਵ ਹਨ, ਖੋਟੇ ਕਰਮ ਕਰ ਕਰਕੇ ਖੋਟੇ ਬਣ ਗਏ, ਉਹ ਵਾਹਿਗੁਰੂ ਦੇ ਖਜ਼ਾਨੇ ਵਿੱਚ ਨਹੀਂ ਪੈਂਦੇ ਹਨ। ਪਰਮਾਤਮਾ ਖਰੇ ਪਰਖ ਖਜ਼ਾਨੇ ਪਾਈਨ, ਖੋਟਿਆਂ ਨਾਹੀਂ ਥਾ। ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ। ਉੱਥੇ ਝੂਠੀ ਕੋਈ ਕਿਸੇ ਦੀ ਗਵਾਹੀ ਨਹੀਂ ਲੱਗਣੀ, ਸਿਫਾਰਿਸ਼ ਨਹੀਂ ਲੱਗਣੀ। ਉੱਥੇ ਇੰਝ ਨਹੀਂ ਹੋਣਾ, ਉੱਥੇ ਤੇ ਸੱਚੋ ਸੱਚ, ਉੱਥੇ ਸੱਚੇ ਹੀ ਸੱਚ ਨਿਬੜਾ। ਉੱਥੇ ਖੋਟੇ ਖਰੇ ਪਰਖ ਖਜ਼ਾਨੇ ਪਾਈਨ, ਖੋਟੇ ਸੱਟੀ ਹੈ ਬਾਰ ਬਾਰ, ਖੋਟਿਆਂ ਨੂੰ ਉੱਥੋਂ ਕੱਢ ਦਿੱਤਾ ਜਾਏਗਾ। ਸੋ ਇਸ ਪ੍ਰਕਾਰ ਖੋਟੇ ਪੋਤੈ ਨਾ ਪਵਹਿ, ਤਿਨ ਹਰ ਗੁਰ ਦਰਸਨਾ ਹੋਏ। ਉਹਨਾਂ ਨੂੰ ਹਰੀ ਗੁਰੂ ਦਾ ਦਰਸ਼ਨ ਨਹੀਂ ਹੁੰਦਾ, ਹਰੀ ਸਰੂਪ ਸਤਿਗੁਰੂ ਦਾ ਦਰਸ਼ਨ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਸਕਦਾ। ਖੋਟੇ ਜਾਤ ਨਾ ਪਤ ਹੈ, ਨਾ ਦਿੱਲੀ ਦੀਪਕ ਹੈ। ਜਿਵੇਂ ਘਰ ਦੀ ਦਹਲੀਜ਼ ਦੇ ਉੱਪਰ ਦੀਵਾ ਜਗਾ ਕੇ ਰੱਖਿਆ ਹੋਇਆ ਤੇ ਅੰਦਰ ਤੇ ਬਾਹਰ ਦੋਵੇਂ ਪਾਸੇ ਚਾਨਣ ਕਰਦਾ, ਇਸ ਤਰ੍ਹਾਂ ਕਾਵਿ ਦੇ ਵਿੱਚ ਦੋ ਗੱਲਾਂ ਵਾਸਤੇ ਵਿਚਕਾਰ ਵਿੱਚ ਨੰਨਾ ਵਰਤਿਆ ਜਾਏ ਤਾਂ ਉਹ ਦੋਨੇ ਪਾਸੇ ਅਰਥ ਦਿੰਦਾ। ਹਜ਼ੂਰ ਕਹਿੰਦੇ ਨੇ ਜੋ ਖੋਟੇ ਜੀਵ ਹਨ, ਖੋਟ ਕਰਕੇ ਉਹ ਨੀਵੇਂ ਹਨ, ਉਹਨਾਂ ਦੀ ਜਾਤ ਉੱਚੀ ਨਾ ਸਮਝਣਾ, ਭਾਵੇਂ ਉੱਚੀ ਜਾਤ ਦੇ ਵੀ ਹੋਣ। ਕਿਉਂਕਿ ਸਤਿਗੁਰੂ ਦੇ ਘਰ ਵਿੱਚ ਜਾਤੀ ਦੇ ਤੌਰ 'ਤੇ ਕੋਈ ਨੀਵਾਂ ਨਹੀਂ ਤੇ ਜਾਤੀ ਤੌਰ 'ਤੇ ਕੋਈ ਉੱਚਾ ਨਹੀਂ। ਕਰਮ ਦੇ ਅਨੁਸਾਰ ਉਚਾਈ ਤੇ ਨਿਵਾਣ ਪਰਖਿਆ ਜਾਂਦਾ। ਕਿਉਂਕਿ ਹਜ਼ੂਰ ਨੇ ਕਿਹਾ, ਜਾਤ ਜਨਮ ਨਹਿ ਪੂਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਇਸ ਵਾਸਤੇ ਇੱਥੇ ਜਾਤ ਦਾ ਮਤਲਬ ਹੈ ਕਿ ਉਹਨਾਂ ਦਾ ਦਰਜਾ ਉੱਚਾ ਨਹੀਂ ਹੈ। ਜਿਹੜੇ ਖੋਟੇ ਜੀਵ ਨੇ, ਨਾ ਉਹਨਾਂ ਦਾ ਉੱਚਾ ਦਰਜਾ, ਜਾਤ ਉੱਚੀ ਨਹੀਂ, ਨਾ ਪੱਤ ਇੱਜ਼ਤ ਹੀ ਹੈ ਕੋਈ। ਜਿਵੇਂ ਅਖੌਤੀ ਤੌਰ 'ਤੇ ਸੰਸਾਰ 'ਚ ਨੀਵੀਂ ਜਾਤ ਵਾਲੇ ਦਾ ਸਤਿਕਾਰ ਨਹੀਂ ਹੁੰਦਾ,
ਜਾਂ ਗਰੀਬਾਂ ਦੀ ਇੱਜ਼ਤ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਕਹਿੰਦੇ ਉੱਥੇ ਵਾਹਿਗੁਰੂ ਦੇ ਦਰਗਾਹ ਵਿੱਚ ਜਿਹੜੇ ਖੋਟੇ ਜੀਵ ਹਨ ਉਹਨਾਂ ਨੂੰ ਉੱਚੀ ਸ਼੍ਰੇਣੀ ਵਿੱਚ ਨਹੀਂ ਗਿਣਿਆ ਜਾਂਦਾ, ਨਾ ਉਹਨਾਂ ਦੀ ਕੋਈ ਪੱਤ ਇੱਜ਼ਤ ਹੈ। ਖੋਟ ਨਾ ਸਿਜਸ ਕੋਏ, ਖੋਟ ਦਾ ਧਾਰਨੀ ਬਣ ਕੇ ਖੋਟ ਦੇ ਟੈਂਕੇ ਨੂੰ ਸਿਹਾਰੀ ਹੈ। ਖੋਟ ਦੁਆਰਾ ਨਾ ਸਿਜਸ ਕੋਏ, ਕੋਈ ਵੀ ਕਾਮਯਾਬੀ ਨੂੰ ਪ੍ਰਾਪਤ ਨਹੀਂ ਹੁੰਦਾ। ਸਿੱਝਣਾ ਹੁੰਦਾ ਸਿਰੇ ਚੜ੍ਹ ਜਾਣਾ, ਸਫਲ ਹੋ ਜਾਣਾ, ਕਾਮਯਾਬ ਹੋ ਜਾਣਾ। ਖੋਟ ਦੁਆਰਾ ਕੋਈ ਵੀ ਕਾਮਯਾਬ ਨਹੀਂ ਹੁੰਦਾ, ਕੋਈ ਵੀ ਸਫਲਤਾ ਪ੍ਰਾਪਤ ਨਹੀਂ ਜੀਵ ਕਰਦਾ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਜਿਹੜੇ ਖੋਟੇ ਜੀਵ ਹਨ ਉਹਨਾਂ ਨੇ ਖੋਟ ਦੀ ਕਮਾਈ ਕਰਨੀ ਹੈ। ਜਿਨ੍ਹਾਂ ਦੇ ਤਾਈਂ ਖਰੀ ਚੀਜ਼ ਦਾ ਸਤਿਕਾਰ ਹੀ ਨਹੀਂ, ਖਰੀ ਚੀਜ਼ ਦੀ ਅਹਿਮੀਅਤ ਦਾ ਜਿਨ੍ਹਾਂ ਨੂੰ ਨਹੀਂ ਪਤਾ, ਔਰ ਉਹਨਾਂ ਨੇ ਖੋਟੀ ਚੀਜ਼ ਨੂੰ ਹੀ ਮਹਾਨ ਮੰਨਿਆ ਹੋਇਆ, ਅਤੇ ਉਹਨਾਂ ਦੇ ਪਾਸ ਤਾਂ ਖੋਟ ਹੀ ਹੋਵੇਗੀ। ਖੋਟੇ ਜੀਵ ਖੋਟੇ ਕਰਮ ਕਮਾਉਂਦੇ ਨੇ। ਆਏ ਗਿਆ ਪਤ ਖੋਏ, ਉਹ ਜੀਵ ਆਉਂਦਾ ਜਾਂਦਾ ਹੈ ਅਤੇ ਪੱਤ ਉਹਦੀ ਖਰਾਬ ਹੁੰਦੀ ਰਹਿੰਦੀ, ਪੱਤ ਨਾਸ ਹੋ ਜਾਂਦੀ ਹੈ। ਟੇਢੀਆਂ ਜੂਨਾਂ 'ਚ ਪੈ ਜਾਣਾ, ਭੂਤਾਂ ਪ੍ਰੇਤਾਂ ਦੇ ਵਿੱਚ ਚਲੇ ਜਾਣਾ, ਜਮਾਂ ਦੇ ਵੱਸ ਪੈ ਜਾਣਾ, ਧੱਕੇ ਖਾਣੇ ਵਿਕਾਰਾਂ ਦੇ। ਇਸ ਤਰ੍ਹਾਂ ਉਹਦੀ ਪੱਤ ਬਰਬਾਦ ਹੋ ਜਾਂਦੀ ਹੈ ਅਤੇ ਆਉਂਦਾ ਜਾਂਦਾ ਰਹਿੰਦਾ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਹਜ਼ੂਰ ਕਹਿੰਦੇ ਨੇ ਨਾਨਕ ਮਨ ਸਮਝਾਈ ਹੈ, ਗੁਰ ਕੈ ਸ਼ਬਦ ਸਾਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਅਸਲ ਕਰਮ ਇਹ ਹੈ ਕਿ ਆਪਣੇ ਮਨ ਨੂੰ ਸਮਝਾਈਏ। ਕਿਸ ਤਰ੍ਹਾਂ ਜੀ? ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਅਤੇ ਵਾਹਿਗੁਰੂ ਦੀ ਸਲੋਤਾ ਜਸ ਗਾਉਣਾ, ਸਿਫਤੋ ਸਿਫਾਤ ਵਿੱਚ ਰਚੇ ਰਹਿਣਾ। ਜਦੋਂ ਸਿਫਤੋ ਸਿਫਾਤ ਵਿੱਚ ਮਨ ਲੱਗਦਾ ਤੇ ਇੰਝ ਮਨ ਸਮਝਾਇਆ ਜਾਂਦਾ। ਮਨ ਸੋਗੀ ਮਨ ਬਿਨਸ ਬਿਯੋਗੀ, ਮਨ ਸਮਝੈ ਗੁਣ ਗਾਈ। ਇਹਦਾ ਸੁਧਾਰ, ਇਹਦੀ ਸਮਝ ਵਿੱਚ ਵਾਧਾ, ਇਹਦੀ ਗਿਆਤ ਵਿੱਚ ਪ੍ਰਕਾਸ਼ ਆਉਣਾ ਅੰਦਰ, ਇਹ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤੋ ਸਲਾਹ ਵਿੱਚ ਹੀ ਆਏਗਾ। ਕਿਉਂਕਿ ਮਨ ਹੀ ਵਿਗੜਿਆ ਹੋਇਆ ਤੇ ਨਰਕਾਂ ਦਾ ਭਾਗੀ ਹੈ। ਇਸ ਵਿਗੜੇ ਹੋਏ ਮਨ ਵਾਲੇ ਦੀ ਜਿਹੜੇ ਲੋਕ ਸੰਗਤ ਕਰਨਗੇ ਉਹ ਵੀ ਨਰਕਾਂ ਦੇ ਭਾਗੀ ਬਣਨਗੇ। ਇਹੀ ਮਨ ਜੇ ਸੁਧਰਿਆ ਹੋਇਆ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ, ਮਨ ਪਾਰਾ ਗੁਰਮੁਖ ਵਸਿਆਣਾ, ਮਨ ਕੱਚੇ ਪਾਰੇ ਵਰਗਾ। ਕੱਚੇ ਪਾਰੇ ਦੇ ਵਿੱਚ ਕੁਝ ਦੋਸ਼ ਹੁੰਦੇ ਨੇ। ਇੱਕ ਤਾਂ ਭਾਰਾ ਬਹੁਤ ਹੁੰਦਾ, ਵਜ਼ਨਦਾਰ, ਦੇਖਣ ਨੂੰ ਥੋੜ੍ਹਾ ਜਿਹਾ, ਪਰ ਜਿਸ ਵੇਲੇ ਚੱਕੀਏ ਤਾਂ ਬਹੁਤ ਜ਼ਿਆਦਾ ਭਾਰ ਹੁੰਦਾ ਉਹਦਾ। ਦੂਸਰਾ ਚੰਚਲ ਬਹੁਤ ਹੁੰਦਾ। ਤੀਸਰਾ, ਜੇ ਕੋਈ ਧੋਖੇ ਨਾਲ ਕਿਸੇ ਨੂੰ ਖਵਾ ਦੇ ਤਾਂ ਸਾਰੀ ਉਮਰ ਜੋੜਾਂ ਵਿੱਚੋਂ ਦਰਦਾਂ ਨਹੀਂ ਹਟਣਗੀਆਂ, ਬੜਾ ਦੁਖਦਾਈ ਹੈ। ਉਹੀ ਪਾਰਾ ਕਿਸੇ ਰਸਾਇਣੀ ਦੇ ਹੱਥ ਦੇ ਦਿੱਤਾ ਜਾਏ ਅਤੇ ਉਹ ਉਹਨੂੰ ਡੱਬੇ ਵਿੱਚ ਪਾ ਕੇ ਅਤੇ ਛੋਟੀਆਂ ਛੋਟੀਆਂ ਲੱਕੜਾਂ ਦੀ ਅੱਗ ਬਾਲ ਕੇ ਕਈ ਦਿਨ ਸੇਕ ਦਿੰਦਾ। ਉਹਨੂੰ ਕਹਿੰਦੇ ਨੇ ਸੰਪਟ ਕਰਨਾ, ਪਾਰਾ ਸੰਪਟ ਕੀਤਾ ਜਾਂਦਾ। ਫਿਰ ਪਹਾੜਾਂ ਵਿੱਚ ਇੱਕ ਹਰੇ ਰੰਗ ਦੀ ਬੂਟੀ ਹੁੰਦੀ ਆ, ਉਹ ਲੱਭ ਕੇ ਲਿਆਉਂਦੇ ਨੇ। ਫਿਰ ਉਹਨੂੰ ਖਰਲ ਵਿੱਚ ਪਾ ਕੇ, ਵਿੱਚ ਬੂਟੀ ਪਾ ਕੇ ਵੱਟੇ ਦੇ ਨਾਲ ਕਈ ਦਿਨ ਰਗੜਿਆ ਜਾਂਦਾ। ਉਹਦਾ ਜਦੋਂ ਰੰਗ ਬਦਲਦਾ ਅਤੇ ਫਿਰ ਉਹਦੀ ਪਰਖ ਵੀ ਕਰਦੇ ਨੇ। ਕਾਪਰ ਅਤੇ ਜਿਹੜਾ ਹੁੰਦਾ ਤਾਂਬਾ ਉਹਦੇ 'ਤੇ ਪਾ ਕੇ ਰਗੜਨ ਤਾਂ ਉਹਨੂੰ ਉਹ ਸੋਨਾ ਬਣਾ ਦਿੰਦਾ। ਉਦੋਂ ਬਾਅਦ ਫਿਰ ਉਹ ਹਕੀਮ ਵੈਦ ਲੋਕ ਦਵਾਈਆਂ 'ਚ ਪਾ ਕੇ ਖਵਾਉਂਦੇ ਨੇ ਮਰੀਜ਼ਾਂ ਨੂੰ। ਖਾਸ ਕਰਕੇ ਜਿਨ੍ਹਾਂ ਦੇ ਸਰੀਰ 'ਚ ਕਮਜ਼ੋਰੀ ਹੋਵੇ ਉਹ ਖਾਣ ਤਾਂ ਕੱਖ ਭਰ, ਅਤੇ ਬੜੀ ਹਜਮ ਸ਼ਕਤੀ ਪ੍ਰਬਲ ਹੋ ਜਾਂਦੀ ਹੈ ਅਤੇ ਬੜਾ ਬਲ ਵੀ ਸਰੀਰ 'ਚ ਭਰਦਾ। ਇਸ ਪ੍ਰਕਾਰ ਹੀ ਮਨ ਕੱਚਾ ਜੋ ਵਿਗੜਿਆ ਹੋਇਆ ਅਤੇ ਕੱਚੇ ਪਾਰੇ ਵਰਗਾ, ਜੇ ਸਤਿਗੁਰੂ ਦੇ ਹੱਥ ਅਰਪਣ ਕਰਦੀ ਇਸ ਮਨ ਨੂੰ, ਤਾਂ ਫਿਰ ਸਤਿਗੁਰੂ ਜੀ ਪ੍ਰੇਮ ਦੇ ਡੱਬੇ 'ਚ ਬੰਦ ਕਰਕੇ ਕਾਮ ਕ੍ਰੋਧ ਮੋਹ ਹੰਕਾਰ ਦੀਆਂ ਲੱਕੜੀਆਂ ਦੀ ਅੱਗ ਬਾਲ ਕੇ ਬ੍ਰਹਮ ਅਭਿਆਸ ਦੀ ਅਗਨੀ ਦੁਆਰਾ ਪ੍ਰਜਵਲਿਤ ਕਰਕੇ ਇਹਨੂੰ ਫਿਰ ਸੰਪੜ ਕਰਦੇ ਹਨ। ਫਿਰ ਸਤਸੰਗ ਰੂਪੀ ਖਰਲ ਵਿੱਚ ਪਾ ਕੇ ਅਭਿਆਸ ਰੂਪੀ ਵੱਟੇ ਦੇ ਨਾਲ ਗੁਰਬਾਣੀ ਗੁਰੂ ਕੇ ਸ਼ਬਦ ਦੀ ਬੂਟੀ ਪਾ ਕੇ ਇਹਨੂੰ ਫਿਰ ਰਗੜ ਕੇ ਸੁਧਾਰ ਲੈਂਦੇ ਨੇ। ਅਤੇ ਫਿਰ ਤਾਂਬੇ ਵਰਗਾ ਜਿਹਨਾਂ ਦਾ ਜੀਵਨ ਉਹਨਾਂ ਨੂੰ ਸੋਨੇ ਵਰਗਾ ਬਣਾਉਣ ਦੀ ਤਾਕਤ ਰੱਖਦਾ। ਔਰ ਫਿਰ ਇਹ ਚੰਚਲ ਵੀ ਨਹੀਂ ਹੁੰਦਾ, ਫਿਰ ਇਹ ਭਾਰਾ ਵੀ ਨਹੀਂ ਹੁੰਦਾ, ਫਿਰ ਖਾਣ ਵਿੱਚ ਵੀ ਦੁਖਦਾਈ ਨਹੀਂ ਸਗੋਂ ਸੁਖਦਾਈ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਨੇ ਕੁਝ ਬਚਨ ਲਿਖੇ ਨੇ ਕਿ ਜਿਸ ਤਰ੍ਹਾਂ
8 ਧਾਤਾਂ ਪਾਰਸ ਦੀ ਸੰਗਤ ਕਰਕੇ ਸੋਨਾ ਹੋ ਜਾਂਦੀਆਂ। ਜਿਵੇਂ ਚੰਦਨ ਦੀ ਖੁਸ਼ਬੂ ਨਾਲ ਸਾਰੇ ਬਿਰਛ ਬੂਟਿਆਂ 'ਚ ਚੰਦਨ ਵਰਗੀ ਖੁਸ਼ਬੂ ਭਰ ਜਾਂਦੀ ਹੈ। ਚੰਦਨ ਵਾਸ ਵਣਾਸਪਦ ਸਭ ਚੰਦਨ ਹੋਵੈ, ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੈ। ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ। ਨਦੀਆਂ ਨਾਲੇ ਵਾਹੜੇ ਜਿੱਧਰੋਂ ਵੀ ਮਰਜ਼ੀ ਚਲੇ ਆਉਣ, ਜਦੋਂ ਗੰਗਾ 'ਚ ਪੈ ਜਾਣ ਤਾਂ ਗੰਗਾ ਰੂਪ ਹੋ ਗਏ। ਫਿਰ ਨਹੀਂ ਕਿਹਾ ਜਾਂਦਾ, ਕੋਈ ਨਿੰਦਿਆ ਨਹੀਂ ਕੀਤੀ ਜਾਂਦੀ ਆ ਇੱਧਰਲੇ ਵਾੜੇ ਦਾ ਪਾਣੀ, ਵਾੜੇ ਦਾ ਪਾਣੀ, ਇਹ ਫਲਾਣੀ ਨਹਿਰ ਦਾ ਪਾਣੀ, ਨਹੀਂ, ਉਹ ਗੰਗਾ ਰੂਪ ਹੀ ਹਨ। ਤੇ ਉਹ ਪਤ ਤੇ ਉਦਾਹਰਣ ਸਾਧ ਸੰਗ ਪਾਪਾ ਮਲ ਧੋਵੈ। ਗੁਰੂ ਕੇ ਦਰਬਾਰ 'ਚ ਜਿੱਦਾਂ ਦੇ ਮਰਜ਼ੀ ਵਿਅਕਤੀ ਆ ਜਾਣ, ਸਾਰਿਆਂ ਨੂੰ ਕਿਹਾ ਜਾਂਦਾ ਗੁਰੂ ਕੀ ਸੰਗਤ, ਗੁਰੂ ਕੀ ਸੰਗਤ ਜੀ। ਇੱਥੋਂ ਸਤਿਕਾਰ ਮਿਲਣਾ ਸ਼ੁਰੂ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਨੇ ਜੇ ਉਹ ਮਨ ਲਾ ਕੇ ਸੁਣਨ ਗੁਰਾਂ ਦੇ ਉਪਦੇਸ਼ ਨੂੰ, ਕੀਰਤਨ ਕਥਾ ਨੂੰ, ਤੇ ਪਤਤਾਂ ਤੋਂ ਪਵਿੱਤਰ ਬਣ ਜਾਂਦੇ। ਸਾਧ ਜਨਾਂ ਦੀ ਸੰਗਤ, ਗੁਰੂ ਕੇ ਸ਼ਬਦ ਦੀ ਸੰਗਤ, ਗੁਰੂ ਦਰਬਾਰ ਦੀ ਸਤਸੰਗਤ ਪਤਤਾਂ ਦਾ ਉਧਾਰ ਕਰਨ ਵਾਲੀ ਹੈ। ਜਿਨ੍ਹਾਂ ਦਾ ਮਨ ਸੁਧਰਿਆ, ਭਾਈ ਅਦਲੀ ਜੀ ਵਰਗਿਆਂ ਦੀ ਸੰਗਤ ਕਰਕੇ ਭਾਈ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਗਿਆ, ਜੋ ਪਹਿਲਾਂ ਬਿਧੀ ਚੰਦ ਚੋਰ ਸੀ। ਲਖੂ ਧਾੜਵੀ ਸੀ ਭਾਈ ਪੁਰਾਣੇ ਦੀ, ਸੁਧਰੇ ਮਨ ਵਾਲੇ ਗੁਰਮੁਖ ਦੀ ਸੰਗਤ ਕਰਕੇ ਲਖੂ ਧਾੜਵੀ ਬ੍ਰਹਮ ਗਿਆਨੀ ਲਖੂ ਹੋ ਨਿਬੜਿਆ। ਇਹ ਬੇਅੰਤ ਮਿਸਾਲਾਂ ਹਨ। ਸੋ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਦੀ ਸਲੌਤਾ ਕਰਦੇ। ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾ। ਜੋ ਰਾਮ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਰਤੇ ਗਏ ਨੇ, ਜੇ ਮਨ ਰੰਗਿਆ ਜਾਏ, ਮਨ ਰੰਗੋ ਵੱਡ ਭਾਗਿਓ ਗੁਰ ਤੁਠਾ ਕਰੇ ਪਸਾਓ। ਗੁਰੂ ਤੁਠ ਕੇ ਪਸਾਓ ਦਾਤ ਬਖਸ਼ਦਾ ਹੈ। ਜਿਨ੍ਹਾਂ ਦਾ ਮਨ ਰਾਮ ਦਾ ਨਾਮ ਜਪਦਿਆਂ ਜਪਦਿਆਂ ਰੰਗ ਪ੍ਰੇਮ ਲੱਗ ਗਿਆ ਤੇ ਰੰਗ ਵਿੱਚ ਰਤਿਆ ਗਿਆ, ਭਾਰ ਨਾ ਭਰਮ ਤਿਨਾ, ਨਾ ਉਹਨਾਂ ਨੂੰ ਭਾਰ ਰਹਿ ਜਾਂਦਾ ਪਾਪਾਂ ਦਾ, ਨਾ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਭਰਮ ਰਹਿ ਜਾਂਦਾ। ਅਗਿਆਨ ਭਰਮ ਬਿਨਸੈ ਦੁੱਖ ਡੇਰਾ, ਜਾਂ ਕੇ ਹਿਰਦੈ ਬਸੈ ਗੁਰ ਪੈਰਾ। ਸੋ ਇਸ ਪ੍ਰਕਾਰ ਸਾਰੇ ਭਰਮ ਨਿਵਰਤ ਹੋ ਜਾਂਦੇ ਨੇ 5 ਪ੍ਰਕਾਰ ਦੇ। ਕੋਈ ਪਾਪਾਂ ਆਦਿਕਾਂ ਦਾ ਭਾਰ ਨਹੀਂ ਉਹਨਾਂ ਨੂੰ ਵਿਆਪਦਾ। ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾਹ। ਹਰੀ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ, ਪ੍ਰਮਾਤਮਾ ਦੇ ਨਾਮ ਨੂੰ ਜਪਦਿਆਂ ਆਰਾਧਦਿਆਂ ਹੋਇਆਂ, ਅਗਲਾ ਮੈਨੇ ਅਗਲੇ ਜਹਾਨ ਦਾ ਲਾਹਾ ਉਹਨਾਂ ਖੱਟ ਲਿਆ। ਅਗਲਾ ਦਾ ਅਰਥ ਹੈ ਬਹੁਤਾ, ਬਹੁਤ ਜ਼ਿਆਦਾ ਲਾਭ ਉਹਨਾਂ ਗੁਰਮੁਖ ਜਨਾਂ ਨੇ ਖੱਟ ਲਿਆ। ਡਰਾਂ ਤੋਂ ਰਹਿਤ, ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ, ਉਹ ਨਿਰਭਉ ਪ੍ਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਗਿਆ। ਹਰੀ ਦੁੱਖਾਂ ਦਾ ਹਾਰਕ ਨਿਰਭਉ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ, ਤੇ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਲਾਭ ਖੱਟ ਲਿਆ। ਹਰੀ ਦੇ ਮਨ 'ਚ ਵਸਣ ਕਰਕੇ ਉਹ ਵੀ ਨਿਰਭਉ ਹੋ ਗਏ। ਨਿਰਭਉ ਹਰ ਮਨ ਮਾਹ, ਜਿਨ੍ਹਾਂ ਦੇ ਮਨ ਵਿੱਚ ਹਰੀ ਪ੍ਰਮਾਤਮਾ ਹੈ ਉਹ ਉਸੇ ਦਾ ਸਰੂਪ ਨੇ, ਨਿਰਭਉ ਬਣ ਗਏ। ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ, ਉਹਨਾਂ 'ਤੇ ਕਿਸੇ ਦੇ ਡਰ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਸ੍ਰੀ ਰਾਗ ਦੇ ਅੰਦਰ ਅਗਲੇ ਸ਼ਬਦ ਨੂੰ ਦੂਜੇ ਘਰ ਸੁਰਤਾਲ ਅੰਦਰ ਗਾਉਣ ਦਾ ਹੁਕਮ ਕਰ ਰਹੇ ਹਨ ਗੁਰੂ ਨਾਨਕ ਦੇਵ ਮਹਾਰਾਜ। ਧਨ ਜੋਬਨ ਅਰ ਫੁੱਲੜਾ ਨਾਠੀ ਜਿਹੜੇ ਦਿਨ ਚਾਰ। ਸੰਸਾਰ ਵਿੱਚ ਜੋ ਵਸਤੂ ਸਾਨੂੰ ਪ੍ਰਾਪਤ ਹੁੰਦੀ ਹੈ, ਮਨ ਅੰਦਰ ਉਹਦਾ ਮਾਣ ਪ੍ਰਾਪਤ, ਅਹੰਕਾਰ ਪੈਦਾ ਹੋ ਜਾਂਦਾ। ਸਰੀਰ ਹੀ ਹੈ, ਇਹ ਵੀ ਸੋਹਣਾ ਸੁਨੱਖਾ ਤੰਦਰੁਸਤ ਬਲ ਦੇ ਸਹਿਤ ਹੋਵੇ ਤੇ ਇਹਦਾ ਵੀ ਮਾਣ। ਸੋ ਧਨ ਧਨ ਜੋਬਨ ਪ੍ਰਭਤਾ ਕੈ ਮਦ ਮੈਂ ਅਹਨਸ ਰਹਿ ਦੀਵਾਨਾ। ਪਾਗਲ ਹੀ ਹੋਇਆ ਰਹਿੰਦਾ ਜੀਵ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਦੇ ਗਹੁ ਨਾਲ ਵੇਖ ਤਾਂ ਸਹੀ, ਵਿਚਾਰਵਾਨ ਬਣ, ਵੇਖ ਇਹਨਾਂ ਦੀ ਪਾਇਆਂ ਕੀ ਹੈ। ਜੋ ਤੇਰੇ ਕੋਲ ਧਨ ਪ੍ਰਾਪਤ ਹੋਇਆ, ਇਹ ਧਨ ਸਦਾ ਤੇਰੇ ਨਾਲ ਰਹੇਗਾ, ਇਹਨੇ ਸਾਥ ਛੱਡ ਜਾਣਾ। ਜੋ ਜੋਬਨ ਜਵਾਨੀ ਦਾ ਮਾਣ ਕਰਦਾ, ਅੱਜ ਜਵਾਨੀ ਹੈ ਕੱਲ੍ਹ ਨੂੰ ਨਹੀਂ ਰਹੇਗੀ। ਧਨ ਜੋਬਨ ਅਰ ਫੁੱਲੜਾ, ਅਰ ਬੌੜੋ ਅਤੇ ਫੁੱਲੜਾ ਛੋਟਾ ਜਿਹਾ ਫੁੱਲ। ਨਾਠੀ ਜਿਹੜੇ ਦਿਨ ਚਾਰ, ਮਹਾਰਾਜ ਕਹਿੰਦੇ ਜਿਸ ਤਰ੍ਹਾਂ ਫੁੱਲ 4 ਦਿਨਾਂ ਦਾ ਪ੍ਰਾਹੁਣਾ, ਅੱਜ ਖਿੜਿਆ ਹੈ, ਕੱਲ੍ਹ ਨੂੰ ਪਰਸੋਂ ਨੂੰ ਚੌਥੇ ਨੂੰ ਮੁਰਝਾ ਜਾਏਗਾ ਤੇ ਝੜ ਕੇ ਉਹਦੀਆਂ ਪੱਤੀਆਂ ਧਰਤੀ 'ਤੇ ਡਿੱਗ ਪੈਣਗੀਆਂ। ਇਸੇ ਤਰ੍ਹਾਂ ਦਾ ਇਹ ਧਨ ਤੇਰੇ ਪਾਸ ਜਿਉਂਦਿਆਂ ਵੀ ਸਾਥ ਛੱਡ ਸਕਦਾ, ਤੇ ਜਦੋਂ ਤੂੰ ਇਸ ਦੁਨੀਆ ਤੋਂ ਚਲਾ ਜਾਏਗਾ ਉਦੋਂ ਤਾਂ ਸਾਥ ਛੱਡ ਹੀ ਜਾਏਗਾ ਪੱਕਾ ਹੀ। ਤੇ ਤੇਰੇ ਸਵਾਸਾਂ ਦੀ ਡੋਰ ਦਾ ਪਤਾ ਹੀ ਕੋਈ ਨਹੀਂ ਕਦੋਂ ਟੁੱਟ ਜਾਣੀ।
ਧਨ ਨਾਲ ਤੇ ਉਦੋਂ ਤੱਕ ਹੀ ਸੰਬੰਧ ਹੈ ਨਾ ਜਦੋਂ ਤੱਕ ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਤੇ ਸਵਾਸਾਂ ਦਾ ਭਰੋਸਾ ਕੋਈ ਨਹੀਂ। ਇਸ ਕਰਕੇ ਧਨ ਤੇਰਾ ਕਿਵੇਂ ਹੋਇਆ ਜਿਹਦਾ ਤੂੰ ਮਾਣ ਚੱਕੀ ਫਿਰਦਾ ਹੈ। ਜੋਬਨ ਜਵਾਨੀ ਵੀ ਇਹ ਸਰੀਰ ਹੀ ਖਿਨ ਭੰਗਰ ਹੈ, ਤੇ ਜਿਸ ਵੇਲੇ ਰੂਹ ਵਿੱਚੋਂ ਨਿਕਲ ਜਾਂਦੀ ਹੈ, ਸਵਾਸਾਂ ਦੀ ਡੋਰ ਟੁੱਟ ਜਾਂਦੀ ਹੈ, ਸਰੀਰ ਤੇ ਭਸਮ ਦੀ ਢੇਰੀ ਹੋ ਜਾਂਦਾ। ਸੋ ਇਸ ਪ੍ਰਕਾਰ ਧਨ ਲੋਕਾਂ ਤਨ ਭਸਮੈ ਢੇਰੀ। ਕੋਈ ਜ਼ਰੂਰੀ ਥੋੜ੍ਹਾ ਵੀ ਬਿਰਧ ਅਵਸਥਾ 'ਚ ਹੀ ਜਾ ਕੇ ਸਾਡਾ ਸਰੀਰ ਸ਼ਾਂਤ ਹੋਣਾ। ਜਵਾਨੀ ਦੀ ਉਮਰ ਵਿੱਚ ਵੀ ਸਰੀਰ ਸਾਥ ਛੱਡ ਸਕਦਾ। ਇਹ ਤਾਂ ਵਾਹਿਗੁਰੂ ਜੀ ਨੂੰ ਪਤਾ ਕਿੰਨੀ ਉਮਰ ਆ ਸਾਡੀ, ਸਰੀਰ ਦੀ ਉਮਰ ਕਿੰਨੀ ਕੁ ਹੈ। ਮਹਾਰਾਜ ਕਹਿੰਦੇ ਇਸ ਕਰਕੇ ਫੁੱਲ ਵੱਲ ਵੇਖ ਕੇ ਆਪਣੇ ਮਨ ਨੂੰ ਸਿੱਖਿਆ ਦੇ ਭਈ ਧਨ ਵੀ ਤੇ ਜਵਾਨੀ ਵੀ ਇਹ ਫੁੱਲ ਕਿ ਜਿੰਨੀ ਪਾਇਆ ਰੱਖਦੇ। ਨਾਠੀ ਅੜੇ ਦਿਨ ਚਾਰ, ਇਹ ਸਾਰੀਆਂ ਵਸਤੂਆਂ 4 ਦਿਨਾਂ ਦੇ ਪ੍ਰਾਹੁਣੇ ਨੇ। ਧਨ, ਜੋਬਨ ਤੇ ਫੁੱਲ ਇਹ 4 ਦਿਨਾਂ ਦੇ ਪ੍ਰਾਹੁਣੇ ਨੇ। ਨਾਠੀ ਹੁੰਦਾ ਪ੍ਰਾਹੁਣਾ। ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁੰਮਣ ਹਾਰ। ਪੱਬਣ ਕਹਿੰਦੇ ਚਪੱਤੀ ਨੂੰ, ਇੱਕ ਛੱਪੜਾਂ ਦੇ ਕੰਢਿਆਂ 'ਤੇ ਬੂਟੀ ਹੁੰਦੀ ਆ, ਉਗਦੀ ਆ, ਇੱਕ ਇੱਕ ਟਾਹਣੀ ਨੂੰ 4-4 ਪੱਤੇ ਹੁੰਦੇ ਨੇ, ਉਹਨੂੰ ਕਹਿੰਦੇ ਚਪੱਤੀ ਜਾਂ ਪੱਬਣ। ਉਸ ਚਪੱਤੀ ਦੇ ਜਿਹੜੇ ਪੱਤ ਨੇ, ਪੱਤੇ, ਉਹ ਛੇਤੀ ਹੀ ਢਲ ਜਾਂਦੇ ਨੇ, ਹੇਠਾਂ ਨੂੰ ਕੁਮਲਾ ਜਾਂਦੇ ਨੇ, ਕੁਮਲਾ ਕੇ ਫਿਰ ਸੁੱਕ ਜਾਂਦੇ ਨੇ। ਅਤੇ ਜਦੋਂ ਪੱਤੇ ਢਲ ਕੇ ਸੁੱਕ ਜਾਂਦੇ ਨੇ, ਕੁਮਲਾ ਕੇ, ਜੁੰਮਣ ਹਾਰ ਫਿਰ ਨਾਸਵੰਤ ਨੇ। ਜੁੰਮਣ ਹਾਰ ਸਿੰਧੀ ਬੋਲੀ ਹੈ, ਚਲੇ ਜਾਣ ਵਾਲੇ ਪਾਸੇ ਚਲੇ ਜਾਂਦੇ ਨੇ, ਜਿੱਧਰ ਖਤਮ ਹੋ ਜਾਂਦਾ, ਸਮਾਪਤੀ ਵਾਲੇ ਪਾਸੇ ਚਲੇ ਜਾਂਦੇ ਨੇ, ਨਾਸਵੰਤ ਨੇ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁਲਾ। ਮਹਾਰਾਜ ਕਹਿੰਦੇ ਜਦੋਂ ਤੇਰੇ ਸਰੀਰ 'ਚ ਬਲ ਹੈ ਨਾ, ਨਵੇਂ ਹੁਲਾਰੇ ਵਾਲਾ ਜੋਬਨ ਜਵਾਨੀ ਤੇਰੇ ਸਰੀਰ 'ਤੇ ਹੈ, ਤਾਂ ਤੂੰ ਵਾਹਿਗੁਰੂ ਜੀ ਦੇ ਪ੍ਰੇਮ ਦੇ ਰੰਗ ਨੂੰ ਮਾਣ ਲੈ। ਹੇ ਪਿਆਰਿਆ, ਇਹ ਤੇਰਾ ਉਸਰੇ ਤੇਰੀ ਬਾਰ। ਕੀ ਪਤਾ ਸਵਾਸਾਂ ਦਾ, ਕੀ ਪਤਾ ਜੀਵਨ ਦਾ। ਇਹ ਜੋਬਨ ਜਵਾਨੀ ਸਰੀਰ ਜੀਵਨ, ਜਰਾ ਜੀਵਨ ਜੋਬਨ ਗਿਆ ਕਿ ਸ਼ਕੀਆ ਨਾ ਨਿੱਕਾ। ਇਹ ਨਾ ਹਾਲ ਹੋਵੇ ਮੁੜ ਕੇ ਹੱਥ ਮਲਦਾ ਰਹਿ ਜਾਏ। ਜਰਾ ਜੀਵਨ ਜੋਬਨ ਗਿਆ ਕਿ ਸ਼ਕੀਆ ਨਾ ਨਿੱਕਾ, ਇਹੋ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕੌਡੀਆਂ ਵਿੱਚ ਹੀ ਮਿਲਿਆ ਰਹਿੰਦਾ ਦਿਨੇ ਰਾਤ। ਹਜ਼ੂਰ ਕਹਿੰਦੇ ਨੇ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਜਿਹੜਾ ਸਰੀਰ ਰੂਪੀ ਚੋਲਾ ਜਦੋਂ ਪੁਰਾਣਾ ਹੋ ਗਿਆ ਤੇ ਜਿਹੜੇ ਥੋੜ੍ਹੇ ਦਿਨ ਮਿਲੇ ਸੀ ਉਹ ਹੁਣ ਥੱਕ ਗਏ, ਮਤਲਬ ਮੁੱਕ ਚੱਲੇ ਨੇ। ਜਦੋਂ ਦਿਨ ਮੁੱਕ ਗਏ, ਪੁਰਾਣਾ ਹੋਇਆ ਚੋਲਾ ਤੇ ਫਿਰ ਪਾਟ ਗਿਆ, ਬਰਬਾਦ ਹੋ ਗਿਆ, ਸਾਥ ਛੱਡ ਗਿਆ। ਰਹਾਓ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ। ਮੇਰੇ ਰੰਗਲੇ ਆਨੰਦੀ ਪਿਆਰ ਵਾਲੇ ਜਿਹੜੇ ਸੱਜਣ ਸੀ ਉਹ ਤਾਂ ਕਬਰਾਂ ਜਾ ਕੇ ਸੌਂ ਗਏ। ਜਦੋਂ ਤੋਂ ਸਾਡਾ ਜਨਮ ਹੋਇਆ, ਹੋਸ਼ ਸੰਭਾਲੀ, ਉਦੋਂ ਤੋਂ ਲੈ ਕੇ ਬੜਿਆਂ ਲੋਕਾਂ ਨੂੰ ਮਰਦਿਆਂ ਅਸੀਂ ਵੇਖਿਆ। ਜਿਵੇਂ ਫਰੀਦ ਨੇ ਕਿਹਾ, ਫਰੀਦਾ ਪੰਖ ਪਰਾਓ ਹੋਣੀ ਦੁਨੀ ਸੁਹਾਵਾ ਬਾਗ। ਨੌਬਤ ਵੱਜੀ ਸੁਬਹ ਸੋ ਚੱਲਣ ਕਾ ਕਰ ਸਾਜ। ਹੇ ਫਰੀਦ, ਇਹ ਦੁਨੀਆ ਸ਼ੋਭਨੀਕ ਬਾਗ ਹੈ ਤੇ ਤੇਰਾ ਇਸ ਦੁਨੀਆ 'ਚ ਆਉਣਾ ਇੰਝ ਹੈ ਜਿਸ ਤਰ੍ਹਾਂ ਪੰਛੀ ਬਿਰਛਾਂ ਦੇ ਉੱਪਰ ਆਲਣਿਆਂ ਦੇ ਵਿੱਚ ਆ ਕੇ ਉਤਰਦੇ ਨੇ ਤੇ ਦਿਨ ਚੜ੍ਹਦੇ ਉੱਡ ਜਾਂਦੇ ਨੇ। ਜਿਸ ਤਰ੍ਹਾਂ ਪ੍ਰਾਹੁਣੇ ਆਉਂਦੇ ਆ ਕਿਸੇ ਦੇ ਘਰ ਵਿੱਚ, 1-2 ਦਿਨ ਰਾਤ ਰਹਿ ਕੇ ਤੇ ਫਿਰ ਉਹਨਾਂ ਨੂੰ ਜਾਣਾ ਪੈਂਦਾ ਆਪਣੇ ਘਰ ਵੱਲ ਨੂੰ। ਬਹੁਤਾ ਚਿਰ ਤਾਂ ਰਹਿ ਨਹੀਂ ਸਕਦੇ, ਉਹਨਾਂ ਦਾ ਆਪਣਾ ਘਰ ਨਹੀਂ ਹੁੰਦਾ। ਇਸ ਤਰ੍ਹਾਂ ਦਾ ਇਸ ਦੁਨੀਆ 'ਤੇ ਆਉਣਾ ਹੈ। ਨੌਬਤ ਵਜੀ ਸੁਬਹ ਸੋ, ਸੁਬਹ ਜਦੋਂ ਤੋਂ ਸਵੇਰ ਹੋਈ, ਤੇਰਾ ਜਨਮ ਹੋਇਆ, ਉਦੋਂ ਤੋਂ ਨੌਬਤਾਂ ਨਗਾਰੇ ਖੜਕ ਰਹੇ ਤੇਰੇ ਕੰਨਾਂ ਵਿੱਚ ਕਿ ਸਾਰੇ ਜਾ ਰਹੇ ਨੇ, ਚੱਲਣ ਕਾ ਕਰ, ਤੂੰ ਵੀ ਚਲੇ ਜਾਣਾ। ਅਤੇ ਚੱਲਣ ਦਾ ਕੋਈ ਸਾਜੋ ਸਮਾਨ ਬੰਦੋਬਸਤ ਇਕੱਠਾ ਕਰ ਲੈਣਾ ਚਾਹੀਦਾ ਨਾਲ ਲਿਜਾਣ ਵਾਸਤੇ। ਇਹ ਤਾਂ ਤੂੰ ਕੀਤਾ ਹੀ ਨਹੀਂ। ਕਹਿੰਦੇ ਮੇਰੇ ਰੰਗਲੇ ਸੱਜਣ ਸਾਥੀ ਜੀਰਾਨ ਕਬਰਸਤਾਨ 'ਚ, ਮੜੀਆਂ 'ਚ, ਸ਼ਮਸ਼ਾਨ ਭੂਮਿਕਾ ਜਾ ਕੇ ਸੌਂ ਗਏ ਨੇ। ਹਮ ਭੀਵਈਆਂ ਡੁੰਮਣੀ ਰੋਵਾਂ ਝੀਣੀ ਬਾਣ। ਮੈਂ ਝੀਣੀ ਧੀਮੀ, ਬਾਣ ਬਾਣੀ ਆਵਾਜ਼ ਵਿੱਚ, ਮੈਂ ਧੀਮੀ ਧੀਮੀ, ਭਾਵ ਸਹਿਜੇ ਸਹਿਜੇ ਦੀ ਜਿਹੜੀ ਆਵਾਜ਼ ਹੁੰਦੀ ਹੈ, ਨੀਵੀਂ ਜਿਹੀ ਆਵਾਜ਼ ਵਿੱਚ ਰੋਂਦੀ ਪਈ, ਕਿਉਂਕਿ ਹਮ ਭੀਵਈਆਂ ਡੁੰਮਣੀ, ਮੈਂ ਵੀ ਡੁੰਮਣੀ ਉਦਾਸ ਹੋ ਕੇ ਇਸ ਸੰਸਾਰ ਤੋਂ ਮੰਝਾਂਗੀ, ਚਲੀ ਜਾਵਾਂਗੀ। ਇੱਥੇ ਬੈਠੀ ਤਾਂ ਰਹਿਣਾ ਨਹੀਂ। ਜੋ ਸਮਝਦਾਰ ਹੈ, ਸਿਆਣਾ ਹੈ, ਉਸ ਦੇ ਮਨ ਵਿੱਚ ਇਹ ਖਿਆਲ ਉਪਜਦਾ ਹੀ ਹੈ ਵੀ ਅਕਸਰ ਇੱਥੋਂ ਜਾਣਾ ਹੀ। ਜਿਵੇਂ ਬਾਬਾ ਬੁੱਢਾ ਜੀ ਦਾ ਜਦੋਂ ਅੰਤ ਸਮਾਂ ਸੀ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਪਹੁੰਚੇ ਸੀ ਰਮਦਾਸ ਨਗਰ।
ਉਹਨਾਂ ਦੀ ਗੋਦ ਵਿੱਚ ਹੀ ਬਾਬਾ ਜੀ ਨੇ ਸਰੀਰ ਤਿਆਗਿਆ। ਜਦੋਂ ਅੰਤਮ ਸੰਸਕਾਰ ਵਾਸਤੇ ਲੈ ਕੇ ਗਏ, ਗੁਰੂ ਹਰਗੋਬਿੰਦ ਸਾਹਿਬ ਆਪ ਕਾਨੀ ਲੱਗੇ ਸਨ, ਮੋਢਾ ਲਾਇਆ ਸੀ, ਅਤੇ ਫਿਰ ਸੰਸਕਾਰ ਕੀਤਾ ਅਤੇ ਵਾਪਸ ਪਰਤੇ ਤਾਂ 2 ਗੁਰਸਿੱਖ ਪਿਆਰੇ ਸੀ। ਬਾਬਾ ਬੁੱਢਾ ਜੀ ਦੇ ਵੱਡੇ ਸਪੁੱਤਰ ਭਾਈ ਭਾਨਾ ਜੀ ਅਤੇ ਇੱਕ ਭਾਈ ਅਜਿੱਤਾ ਰੰਧਾਵਾ। ਉਹਨਾਂ ਨੇ ਦੋਵਾਂ ਨੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਜਦੋਂ ਬਾਬਾ ਜੀ ਦਾ ਸਰੀਰ ਲੈ ਕੇ ਜਾ ਰਹੇ ਸੀ, ਅਸੀਂ ਇੱਕ ਅਜੀਬ ਜਿਹਾ ਕੌਤਕ ਵੇਖਿਆ। ਹਜ਼ੂਰ ਕਹਿੰਦੇ ਦੱਸੋ? ਕਹਿੰਦੇ ਸਾਰੀ ਜਿੰਨੀ ਮਗਰ ਸੰਗਤ ਸੀ, ਸਾਰਿਆਂ ਦੇ ਸਿਰਾਂ 'ਤੇ ਕਲਗੀਆਂ ਦਿਖਾਈ ਦਿੱਤੀਆਂ ਸਨ। ਜਦੋਂ ਵਾਪਸ ਪਰਤੇ ਤੇ ਉਹ ਕਲਗੀਆਂ ਲੋਪ ਹੋ ਗਈਆਂ, ਮਿਟ ਗਈਆਂ। ਇਹ ਕੀ ਗੱਲ? ਤਾਂ 6ਵੇਂ ਪਾਤਸ਼ਾਹ ਕਹਿ ਰਹੇ ਕਿ ਜਦੋਂ ਇਹ ਸਾਰੇ ਲੋਕ ਮਗਰ ਜਾ ਰਹੇ ਸੀ, ਸਾਰਿਆਂ ਦੇ ਚਿੱਤ ਵਿੱਚ ਵਿਰਾਗ ਉਤਪੰਨ ਹੋਇਆ ਸੀ ਕਿ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਵੀ ਇਸ ਦੁਨੀਆ 'ਤੇ ਸਥਿਰ ਨਹੀਂ, ਅਤੇ ਅਸੀਂ ਕਾਹਦੇ ਵਿਚਾਰੇ? ਸਾਰੇ ਵੱਡੇ ਵੱਡੇ ਮਹਾਤਮਾ ਧਰਮਾਤਮਾ ਇਸ ਦੁਨੀਆ ਤੋਂ ਜਾ ਰਹੇ ਨੇ, ਅਤੇ ਅਸੀਂ ਵੀ ਚਲੇ ਜਾਣਾ ਭਾਈ। ਇਹ ਸੰਸਾਰ ਵੱਲੋਂ ਵਿਰਾਗ ਉਪਜਿਆ ਸੀ, ਧੰਦਿਆਂ ਵੱਲੋਂ ਖਿਆਲ ਦੂਰ ਹੋ ਗਏ ਸਨ, ਧੰਦਿਆਂ ਦਾ ਖਿਆਲ ਮੁੱਕ ਗਿਆ ਸੀ। ਜਦੋਂ ਵਾਪਸ ਪਰਤੇ ਅਤੇ ਫਿਰ ਇਹਨਾਂ ਸਾਰਿਆਂ ਦੇ ਮਨ ਜਿਹੜੇ ਸੀ ਧੰਦਿਆਂ ਵਿੱਚ ਚਲੇ ਗਏ। ਉਹ ਇਹਨਾਂ ਦੇ ਅੰਦਰਲਾ ਜਿਹੜਾ ਵਿਰਾਗ ਸੀ, ਤੁਹਾਨੂੰ ਕਲਗੀਆਂ ਦੇ ਰੂਪ ਵਿੱਚ ਦਿਖਾਈ ਦਿੱਤਾ ਤੁਹਾਡੀ ਕਮਾਈ ਕਰਕੇ। ਜਦੋਂ ਵਾਪਸ ਪਰਤੇ ਤੇ ਵਿਰਾਗ ਨਹੀਂ ਰਿਹਾ। ਇਸ ਪ੍ਰਕਾਰ ਕਿਸੇ ਨੂੰ ਜਾਂਦਿਆਂ ਵੇਖ ਕਰਕੇ ਸਿਆਣਿਆਂ ਬੰਦਿਆਂ ਦੇ ਚਿੱਤ ਵਿੱਚ ਇਹ ਵਿਰਾਗ ਤਾਂ ਉਤਪੰਨ ਹੁੰਦਾ ਹੀ ਹੈ। ਤਾਂ ਹਜ਼ੂਰ ਕਹਿ ਰਹੇ ਨੇ ਕਿ ਆਪਣੀ ਜਿੰਦ ਨੂੰ ਸਮਝਾਓ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਗੋਰੀਏ ਨੌਜਵਾਨ ਇਸਤਰੀ, ਗੋਰੀ ਸੇਤੀ ਟੁੱਟੈ ਪਧਾਰ, ਬਹੁਤ ਵਾਰੀ ਬਚਨ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ। ਹਜ਼ੂਰ ਕਹਿੰਦੇ ਨੇ ਕਿ ਇਹ ਜੀਵ ਰੂਪ ਇਸਤਰੀਏ, ਸੋਹਣੀ ਸੁਨੱਖੀ ਇਸਤਰੀਏ, ਭਾਵ ਸੋਹਣੀ ਕਾਇਆ ਤੈਨੂੰ ਮਿਲੀ ਹੈ, ਆਪਣੇ ਕੰਨਾਂ ਦੇ ਵਿੱਚ ਉਹ ਸੋਏ ਖਬਰ ਜਿਹੜੀ ਆ ਹੋਰਨਾਂ ਦੇ ਦੁਨੀਆ ਤੋਂ ਜਾਣ ਦੀ ਖਬਰ, ਕੀ ਨਾ ਸੁਣੇ? ਕਿਉਂ ਨਹੀਂ ਸੁਣਦੀ ਹੈ ਇਹ ਖਬਰ ਨੂੰ? ਲੱਗੀ ਆਵਹਿ ਸਹੁਰੈ ਨਿਤ ਨਾ ਪਈਆ ਹੋਏ। ਸਿਆਣੇ ਦਾ ਕਥਨ ਹੈ ਵੀ ਜਿਹੜਾ ਮਰਨ ਵਾਲਾ ਮਰ ਗਿਆ, ਉਹ ਨਹੀਂ ਸ਼ਮਸ਼ਾਨ ਭੂਮਿਕਾ ਨੂੰ ਜਾ ਰਿਹਾ, ਉਹ ਤੁਹਾਨੂੰ ਚੇਤਾ ਕਰਵਾ ਰਿਹਾ, ਉਹ ਜਗ੍ਹਾ ਵਿਖਾਉਣ ਲੈ ਕੇ ਗਿਆ ਵੀ ਇੱਥੇ ਤੁਸਾਂ ਵੀ ਆਉਣਾ। ਸੋ ਇਸ ਪ੍ਰਕਾਰ ਇਹ ਜਿਹੜਾ ਪੇਕਾ ਘਰ ਮਾਤ ਲੋਕ ਹੈ, ਇੱਥੇ ਨਿਤ ਨਹੀਂ ਤੂੰ ਰਹਿਣਾ, ਨਿਤ ਨਾ ਪਈਆ ਹੋਏ। ਇਹ ਪੇਕਾ ਨਿਤ ਨਹੀਂ ਤੇਰੇ ਪਾਸ ਰਹਿਣਾ, ਤੂੰ ਇਸ ਪੇਕੇ ਘਰ 'ਚ ਸਦਾ ਨਹੀਂ ਰਹਿਣਾ। ਲੱਗੀ ਆਵਹਿ ਸਹੁਰੇ, ਸਹੁਰੇ ਪਰਲੋਕ ਘਰ ਨੂੰ ਚਲੀ ਆਵੇਂਗੀ ਤੂੰ। ਲੱਗੀ ਆਵਹਿ ਭਾਵ ਜ਼ਰੂਰ ਪਰ ਜ਼ਰੂਰ ਤੁਰੀ ਆਵੇਂਗੀ ਉਸ ਪਾਸੇ ਨੂੰ, ਤੂੰ ਵੀ ਤੈਨੂੰ ਉੱਥੇ ਜਾਣਾ ਹੀ ਪਏਗਾ। ਨਿਤ ਪੇਕੇ ਘਰ 'ਚ ਨਹੀਂ ਰਿਹਾ ਜਾਣਾ। ਇਹ ਪੇਕਾ ਘਰ ਹੈ, ਸਹੁਰਾ ਘਰ ਪਰਲੋਕ ਹੈ। ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ। ਜਿਹੜੀ ਸਿਆਣੀ ਕਾਕੀ ਬੱਚੀ ਹੈ, ਉਹ ਸਹੁਰੇ ਘਰ ਜਾਣ ਤੋਂ ਪਹਿਲਾਂ ਕਈ ਕੁਝ ਸਿੱਖਦੀ ਹੈ। ਗੁਰਮੁਖ ਸਹੁਰੜਾ ਕੰਮ ਸਿੱਖੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ। ਸਹੁਰੇ ਘਰ ਵਿੱਚ ਕਿਸ ਤਰ੍ਹਾਂ ਆਦਰ ਮਾਣ ਪਾਉਣਾ, ਉਹ ਸਾਰੀਆਂ ਉਗਤੀਆਂ ਜੁਗਤੀਆਂ, ਕਸੀਦਾ ਕਢਾਈ, ਰੋਟੀ ਪਾਣੀ ਬਣਾਉਣਾ, ਸ਼ੁਭ ਗੁਣ, ਪਤੀ ਨੂੰ ਕਿਵੇਂ ਪ੍ਰਸੰਨ ਰੱਖਣਾ, ਕਿਹੜੇ ਕਿਹੜੇ ਗੁਣ ਧਾਰਨ ਕਰਨੇ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਫਿਰ ਇਸ ਪ੍ਰਸ਼ਨ ਦਾ ਜਵਾਬ ਦਿੱਤਾ, ਨਿਮਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮਨ, ਤੇ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਸ ਤਰ੍ਹਾਂ ਸਹੁਰੇ ਘਰ ਜਾਣਾ ਹੀ ਜਾਣਾ, ਪਰ ਜਿਹੜੀ ਪੇਕੇ ਘਰ ਦੇ ਵਿੱਚ ਜਵਾਨੀ ਦੀ ਉਮਰ ਤੱਕ ਸੁੱਤੀ ਰਹੀ, ਇੱਥੇ ਸੌਣ ਦਾ ਮਤਲਬ ਸਰੀਰਕ ਤੌਰ 'ਤੇ ਸੌਣਾ ਨਹੀਂ। ਇਹ ਪੇਕਾ ਘਰ ਮਾਤ ਲੋਕ ਦੇ ਵਿੱਚ ਸੁੱਤੇ ਰਹਿਣ ਤੋਂ ਮਤਲਬ ਹੈ ਗਾਫਲਤਾਈ ਦੀ ਨੀਂਦ, ਅਵਿਦਿਆ ਦੀ ਨੀਂਦ, ਵਿਕਾਰਾਂ ਵਿੱਚ ਗੁਲਤਾਨ ਰਹਿਣਾ, ਇਹ ਨੀਂਦ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮਹਿ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਇਸ ਘਰ ਹਿਰਦੇ ਅੰਦਰ ਕੋਈ ਵਿਰਲਾ ਹੀ ਜਾਗਦਾ ਰਹਿੰਦਾ, ਫਿਰ ਉਹ ਸਾਬਤ ਵਸਤੂ ਆਤਮਾ ਦਾ ਗਿਆਨ ਪ੍ਰਾਪਤ ਕਰਦਾ। ਤਾਂ ਹਜ਼ੂਰ ਕਹਿੰਦੇ ਨੇ ਜਿਹੜੀ ਜੀਵ ਰੂਪ ਇਸਤਰੀ ਇਸ ਪੇਕੇ ਘਰ ਵਿੱਚ ਸੁੱਤੀ ਰਹੀ, ਗਾਫਲਤਾਈ ਦੀ ਨੀਂਦ ਵਿੱਚ ਵਾਹਿਗੁਰੂ ਨੂੰ ਭੁਲਾ ਹੀ ਛੱਡਿਆ। ਜਾਣ ਵਿਰਤੀ ਸਨ, ਜਾਣ ਲਓ ਭਈ ਉਹਦੀ ਦਿਨ ਦਿਹਾੜੇ ਉਹਦੇ ਘਰ 'ਚ ਸਨ ਲੱਗ ਗਏ, ਦਿਨ ਦਿਹਾੜੇ ਹੀ ਉਹਦਾ ਘਰ ਲੁੱਟਿਆ ਗਿਆ। ਵਿਰਤੀ, ਰੱਤੀ ਰਾਤ ਅਤੇ ਵਿਰਤੀ ਰਾਤ ਦੇ ਉਲਟ ਦਿਨ।
ਦਿਨ ਦਿਹਾੜੇ ਹੀ ਉਹਦੇ ਘਰ 'ਚ ਸੰਨ ਲੱਗ ਗਈ। ਗੁਣਾ ਗਵਾਈ ਗੰਠੜੀ, ਜਿਹੜੀ ਗੁਣਾ ਦੀ ਗਠੜੀ ਸਾਂਭ ਸਾਂਭ ਕੇ ਰੱਖੀ ਹੋਏ ਉਹ ਗਵਾ ਚੱਲੀ, ਲੁੱਟੀ ਗਈ ਨਾ। ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਚੋਰ ਸੀ ਉਹ ਲੁੱਟ ਕੇ ਲੈ ਗਏ। ਜੋ ਵਾਹਿਗੁਰੂ ਨੂੰ ਭੁਲਾ ਛੱਡਿਆ ਤੇ ਸੰਸਾਰਾਕਾਰ ਬਿਰਤੀ ਹੋ ਗਈ, ਵਿਕਾਰਾਕਾਰ ਹੋ ਗਈ, ਵਿਹਾਰਾਕਾਰ ਹੋ ਗਈ। ਅਵਗੁਣ ਹੀ ਅਵਗੁਣ ਇਕੱਠੇ ਕਰ ਲਏ। ਅਵਗੁਣ ਚੱਲੀ ਬੰਨ, ਹਿਰਦੇ ਰੂਪੀ ਪੱਲੇ 'ਚ ਅਵਗੁਣਾਂ ਨੂੰ ਬੰਨ੍ਹ ਕੇ ਲੈ ਚੱਲੀ ਪਰਲੋਕ ਨੂੰ। ਤੇ ਉਹਦੇ ਗੁਣਾਂ ਦੀ ਜਿਹੜੀ ਗਠੜੀ ਸੀ, ਗੰਠੜੀ ਸੀ, ਉਹ ਗਵਾ ਲਈ, ਉਹਨੇ ਲੁਟਾ ਲਈ, ਚੋਰ ਲੁੱਟ ਕੇ ਲੈ ਗਏ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਅਗਲਾ ਸ਼ਬਦ ਵੀ ਦੂਜੇ ਘਰ ਸੁਰ ਤਾਲ ਅੰਦਰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ ਸਤਿਗੁਰੂ। ਆਪੇ ਰਸੀਆ ਆਪ ਰਸ। ਰਸੀਆ ਜਿਵੇਂ ਅੰਬ ਹੁੰਦਾ, ਅੰਬ ਨੂੰ ਕਿਹਾ ਜਾਏਗਾ ਬੜਾ ਰਸਿਆ ਹੋਇਆ, ਰਸਿਆ ਜਾਂ ਰਸੀਆ। ਤੇ ਉਹਦੇ ਵਿੱਚ ਜਿਹੜੀ ਮਿਠਾਸ ਹੈ, ਵਿੱਚ ਰਸ ਭਰਿਆ ਹੋਇਆ ਅਸੀਂ ਚੂਪਦੇ ਹਾਂ, ਉਹ ਰਸ ਹੈ। ਹਜ਼ੂਰ ਕਹਿੰਦੇ ਆਪ ਹੀ ਰਸ ਦਾ ਮਾਲਕ, ਰਸ ਨਾਲ ਭਰਿਆ ਹੋਇਆ ਵੀ ਆਪ ਹੀ ਹੈ ਵਾਹਿਗੁਰੂ। ਆਪ ਹੀ ਰਸ ਰੂਪ ਵੀ ਹੈ। ਉਹਦੇ ਨਾਮ ਸਿਮਰਨ ਵਿੱਚੋਂ ਜਿਹੜਾ ਆਨੰਦ ਆਉਂਦਾ ਉਹ ਆਨੰਦ ਵੀ ਆਪ। ਆਪੇ ਰਾਵਣ ਹਾਰ, ਆਪ ਹੀ ਇਸ ਰਸ ਨੂੰ ਮਾਨਣ ਵਾਲਾ, ਇਸ ਨੂੰ ਭੋਗਣ ਵਾਲਾ ਵੀ ਮਹਾਤਮਾ ਰੂਪ ਆਪ ਹੀ ਹੈ ਪ੍ਰਮਾਤਮਾ। ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ, ਆਪ ਹੀ ਜਗਿਆਸੂ ਰੂਪ ਚੋਲਾ ਇਸਤਰੀ ਹੈ। ਆਪੇ ਸੇਜ ਛੇਜ ਹੈ ਉਸਦੀ, ਹਿਰਦਾ ਛੇਜ, ਤੇ ਆਪ ਹੀ ਪਧਾਰ ਪਤੀ ਹੈ ਉਸ ਛੇਜ ਤੇ ਆਉਣ ਵਾਲਾ ਵਾਹਿਗੁਰੂ। ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਰਹਾਉ ਦੀ ਪੰਕਤੀ ਹੈ ਕਿ ਰੰਗ ਪ੍ਰੇਮ ਵਿੱਚ ਰੱਤਾ ਹੋਇਆ ਉਹ ਮੇਰਾ ਸਾਹਿਬ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਅੰਦਰ ਉਹ ਤਾਂ ਭਰਪੂਰ ਹੋ ਰਿਹਾ, ਪਰ ਇਕਨਾਂ ਨੂੰ ਉਹਦੀ ਪ੍ਰਾਪਤੀ ਦਾ ਆਨੰਦ ਮਾਣਨਾ ਨਹੀਂ ਨਸੀਬ ਹੋਇਆ। ਜਿਵੇਂ ਪਾਣੀ ਸਾਰੀ ਧਰਤੀ ਵਿੱਚ ਹੈ, ਕਿਧਰੇ ਬਹੁਤ ਡੂੰਘਾ, ਕਿਧਰੇ ਘੱਟ ਡੂੰਘਾ, ਤੇ ਕਿਧਰੇ ਦਰਿਆ ਨਦੀਆਂ ਬਣ ਕੇ ਧਰਤੀ ਉੱਪਰ ਵਗ ਰਿਹਾ ਹੈ, ਤਾਂ ਸਾਰੀ ਧਰਤੀ ਵਿੱਚ ਹੀ ਪਾਣੀ ਸਮਾਇਆ ਹੋਇਆ। ਇਸੇ ਤਰ੍ਹਾਂ ਪ੍ਰਮਾਤਮਾ ਆਪਣੇ ਹੀ ਪ੍ਰੇਮ ਰੰਗ ਵਿੱਚ ਰਤਿਆ ਹੋਇਆ, ਔਰ ਇਸੇ ਪ੍ਰਕਾਰ ਭਗਤ ਉਹਦੇ ਰੰਗ ਵਿੱਚ ਰਤੇ ਨੇ, ਉਹ ਭਗਤਾਂ ਦੇ ਪ੍ਰੇਮ ਰੰਗ ਵਿੱਚ ਰਤਿਆ ਹੋਇਆ। ਭਰਪੂਰ ਹੋ ਰਿਹਾ ਹੈ ਵਾਹਿਗੁਰੂ ਸਾਰੀ ਕੁਦਰਤ ਅੰਦਰ। ਰਹਾਓ ਆਪੇ ਮਾਛੀ ਮਛਲੀ, ਆਪ ਹੀ ਮਾਛੀ ਰੂਪ ਹੈ, ਮੱਛੀਆਂ ਪਕੜਨ ਵਾਲਾ। ਆਪ ਹੀ ਮਛਲੀ ਰੂਪ ਹੈ, ਮੱਛੀ ਰੂਪ ਹੈ। ਆਪੇ ਪਾਣੀ ਜਾਲ, ਆਪ ਹੀ ਪਾਣੀ ਰੂਪ ਹੈ, ਆਪ ਹੀ ਜਾਲ ਰੂਪ ਹੈ। ਆਪੇ ਮਾਛੀ ਕਾਲ, ਜਿਹੜਾ ਜੀਵ ਨੂੰ ਪਕੜਦਾ, ਆਪ ਹੀ ਮਛਲੀ ਜੀਵ, ਆਪ ਹੀ ਪਦਾਰਥਾਂ ਰੂਪੀ ਪਾਣੀ ਜਿਹੜਾ ਸੰਸਾਰ ਦੇ ਅੰਦਰ ਹੈ, ਤੇ ਆਪ ਹੀ ਮੌਤ ਦੀ ਫਾਹੀ ਜਾਲ ਜਿਹਦੇ 'ਚ ਜੀਵ ਫਸਦੇ ਨੇ। ਸੋ ਇਸ ਪ੍ਰਕਾਰ ਆਪ ਹੀ ਮੌਤ ਜਾਲ ਰੂਪ ਹੈ, ਆਪ ਹੀ ਮਾਛੀ ਜਮ ਹੈ, ਆਪ ਹੀ ਮਛਲੀ ਜੀਵ ਹੈ, ਆਪ ਹੀ ਪਦਾਰਥਾਂ ਰੂਪ ਪਾਣੀ। ਜਿਸ ਪਾਣੀ 'ਚ ਫਸਿਆ ਹੋਇਆ ਮਨੁੱਖ ਫਿਰ ਆਖਰ ਫਸ ਜਾਂਦਾ ਹੈ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਤੇ ਆਪ ਹੀ ਜਾਲ ਨੂੰ ਮਣਕੇ ਲਾਏ ਹੁੰਦੇ ਨੇ ਵੀ ਜਾਲ ਹੇਠਾਂ ਡੁੱਬਿਆ ਰਹੇ ਪਾਣੀ 'ਚ, ਥੋੜ੍ਹਾ ਭਾਰਾ ਰੱਖਣ ਵਾਸਤੇ ਜਾਲ ਨੂੰ ਮਣਕੇ ਲਾਏ ਹੁੰਦੇ ਨੇ। ਆਪ ਹੀ ਉਸ ਜਾਲ ਦਾ ਮਣਕੜਾ ਰੂਪ ਹੈ, ਆਪੇ ਅੰਦਰ ਲਾਲ। ਆਪ ਹੀ ਉਸ ਜਾਲ ਵਿੱਚ ਬੋਟੀ ਰੂਪ ਹੈ, ਮਾਸ ਦੀ ਬੋਟੀ। ਲਾਲ ਦਾ ਅਰਥ ਕਰਦੇ ਨੇ ਲਾਲ ਮਾਸ, ਭਾਵ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਹੈ ਇਹ ਵੀ ਪ੍ਰਮਾਤਮਾ ਨੇ ਪੈਦਾ ਕੀਤੀ ਹੋਈ ਹੈ। ਸੋ ਇਸ ਪ੍ਰਕਾਰ ਆਪ ਹੀ ਜਾਲ ਮਣਕੜਾ, ਸਾਰੇ ਜੀਅ ਜਿਨ੍ਹਾਂ ਦੇ ਅੰਦਰ ਮਨਮੁਖਤਾਈ ਆ ਉਹਨਾਂ ਨੂੰ ਪਕੜਨ ਵਾਸਤੇ, ਜਿਉਂ ਮੱਛੀ ਤਿਉਂ ਮਾਨਸਾ ਪਵੈ ਜਨਤਾ ਜਾਲ। ਸੋ ਉਹ ਜਾਲ ਵੀ ਆਪ ਹੀ ਬਣਾਇਆ ਹੋਇਆ ਵਾਹਿਗੁਰੂ ਜੀ ਨੇ, ਆਪ ਹੀ ਉਹਦੇ 'ਚ ਮਣਕੇ ਰੂਪ ਹੈ। ਆਪੇ ਬਹੁ ਬਿਧ ਰੰਗਲਾ ਸਖੀਏ ਮੇਰਾ ਲਾਲ, ਆਪ ਹੀ ਬਹੁਤੀਆਂ ਵਿਧੀਆਂ ਦੇ ਨਾਲ ਰੰਗਲਾ ਆਨੰਦੀ ਪ੍ਰਮਾਤਮਾ ਹੇ ਸਖੀਏ ਮੇਰਾ ਲਾਲ ਪਿਆਰਾ ਬਣਿਆ ਹੋਇਆ। ਰੰਗਲਾ ਆਨੰਦੀ ਲਾਲ ਪਿਆਰਾ ਵਾਹਿਗੁਰੂ ਹੇ ਸਖੀਏ ਜੀਵ ਰੂਪ ਸਖੀਏ, ਹੇ ਮਹਾਤਮਾ ਰੂਪ ਸਖੀਏ, ਜਗਿਆਸੂ ਰੂਪ ਸਖੀਏ, ਗੁਰਸਿੱਖ ਪਿਆਰਿਓ। ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ, ਇਹ ਜਗਿਆਸਾ ਪ੍ਰਗਟ ਕੀਤੀ ਹੈ ਵੀ ਸਾਡਾ ਹਾਲ ਵੇਖ ਲਓ। ਸਾਨੂੰ ਤਾਂ ਵਾਹਿਗੁਰੂ ਦਾ ਦਰਸ਼ਨ ਘੜੀ ਮਾਤਰ ਵੀ ਨਹੀਂ ਹੁੰਦਾ, ਪਰ ਉਹ ਸੁਹਾਗਣੀਆਂ ਦੀ ਨਿਆਈ ਬ੍ਰਹਮ ਗਿਆਨੀ ਹਨ ਜੋ ਨਿਤ ਵਾਹਿਗੁਰੂ ਨੂੰ ਮਾਣਦੀ ਹੈ। ਨਿਤ ਰਵੈ ਸੁਹਾਗਣੀ, ਜੋ ਪ੍ਰਮਾਤਮਾ ਦੇ ਨਾਲ ਅਭੇਦ ਰਹਿੰਦੀ ਹੈ, ਸੁਹਾਗਵੰਤੀ ਬ੍ਰਹਮ ਗਿਆਨੀ ਭਾਵ ਮਹਾਤਮਾ,
ਉਹ ਤਾਂ ਨਿੱਤ ਹੀ ਦਰਸ਼ਨ ਕਰਦੇ ਰਹਿੰਦੇ ਹੀ ਉਹਦੇ ਨਾਲ ਹਨ, ਪਰ ਸਾਡਾ ਹਾਲ ਵੇਖ ਲਓ, ਸਾਨੂੰ ਇੱਕ ਵਾਰੀ ਵੀ ਦਰਸ਼ਨ ਨਹੀਂ ਹੋ ਰਿਹਾ। ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਪ੍ਰਣਵੈ ਉਚਾਰਨ ਕਰਦੇ ਹਾਂ ਬੇਨਤੀ, ਹੇ ਵਾਹਿਗੁਰੂ ਤੂੰ ਸਰਵਰ, ਸਰੋਵਰ ਵੀ ਤੂੰ ਹੀ ਹੈ, ਤੇ ਉਹ ਸਰੋਵਰ ਦੇ ਕੰਢੇ ਹੰਸ ਰੂਪ ਵੀ ਤੂੰ ਹੀ ਹੈ, ਮੋਤੀ ਮਾਣਕ ਖਾਣ ਵਾਲਾ। ਸੋ ਇਸ ਪ੍ਰਕਾਰ ਸਤਸੰਗ ਰੂਪੀ ਸਰੋਵਰ ਵੀ ਤੂੰ ਹੀ ਹੈ, ਤੇ ਹੰਸ ਦੀ ਨਿਆਈ ਮਹਾਤਮਾ ਰੂਪ ਵੀ ਤੂੰ ਹੀ ਹੈ। ਕੌਲ ਤੂੰ ਹੈ, ਕਵੀਆ ਤੂੰ ਹੈ। ਕਵਲ ਫੁੱਲ, ਜਿਵੇਂ ਸੂਰਜ ਚੜ੍ਹਨ ਦੇ ਨਾਲ ਜਿਹੜਾ ਖਿੜਦਾ ਪਾਣੀ 'ਚ, ਉਹ ਕਮਲ ਫੁੱਲ ਹੁੰਦਾ, ਤੇ ਚੰਦਰਮਾ ਦੀ ਚਾਂਦਨੀ ਜਿਹੜੀ ਖਿੜਦੀ ਉਹ ਕਮੀ ਹੁੰਦੀ ਹੈ। ਸੋ ਇਸ ਪ੍ਰਕਾਰ ਕੌਲ ਵੀ ਤੂੰ ਹੀ ਹੈ ਸੱਚੇ ਪਾਤਸ਼ਾਹ, ਭਾਵ ਮਹਾਤਮਾ ਰੂਪ ਸੰਤ ਰੂਪ ਕੌਲ ਵੀ ਤੂੰ ਹੀ ਹੈ। ਸੂਰਜ ਅਕਾਲ ਪੁਰਖ ਵੱਲ ਵੇਖ ਕੇ ਖਿੜਨ ਵਾਲਾ, ਕਵੀਆ ਜਗਿਆਸੂ ਵੀ ਤੂੰ ਹੀ ਹੈ। ਆਪੇ ਵੇਖ ਵਿਗਸ, ਆਪ ਹੀ ਵੇਖ ਕੇ ਆਪਣੀ ਕੁਦਰਤ ਨੂੰ ਆਪ ਹੀ ਤੂੰ ਵਿਗਸਣ ਵਾਲਾ, ਖਿੜਨ ਵਾਲਾ, ਪ੍ਰਸੰਨ ਹੋਣ ਵਾਲਾ। ਆਪ ਹੀ ਕੌਲ, ਆਪ ਹੀ ਕਵੀ, ਤੇ ਆਪ ਹੀ ਖਿੜਨ ਵਾਲਾ। ਸੋ ਇਸ ਪ੍ਰਕਾਰ ਸਭ ਕੁਛ ਤੂੰ ਹੀ ਤੂੰ ਹੈ। ਪਰਮਾਤਮਾ ਨੂੰ ਸਰਵਰੂਪ ਕਰਕੇ ਕਥਨ ਕੀਤਾ ਹੈ ਸ਼ਬਦ ਦੇ ਅੰਦਰ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਅਗਲੇ ਸ਼ਬਦ ਨੂੰ ਤੀਜੇ ਘਰ ਸੋਰ ਤਾਲ ਅੰਦਰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ ਸਤਿਗੁਰੂ ਜੀ। ਇਹੋ ਤਨ ਧਰਤੀ ਬੀਜ ਕਰਮਾ ਕਰੋ। ਜਿੱਥੇ ਕਿਰਸਾਨ ਲੋਕ ਬਾਹਰੀ ਤੌਰ 'ਤੇ ਧਰਤੀ 'ਚ ਬੀਜ ਬੀਜਦੇ ਹਨ, ਪਹਿਲਾਂ ਵਾਹੁੰਦੇ ਨੇ, ਫਿਰ ਬੀਜ ਬੀਜਦੇ ਨੇ, ਫਿਰ ਉਹ ਦਾਣੇ ਬਣਦੇ ਹਨ, ਬੋਲ ਬਣਾ ਕੇ ਘਰ ਲਿਆਉਂਦੇ ਨੇ। ਸਤਿਗੁਰੂ ਉਹ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ ਵੀ ਹੇ ਜੀਵ, ਤੂੰ ਇਹ ਬਾਹਰੀ ਖੇਤੀਬਾੜੀ ਦੇ ਨਾਲ ਨਾਲ ਅੰਦਰਲੀ ਖੇਤੀ ਵੀ ਕਰ। ਇਹੋ ਤਨ ਧਰਤੀ, ਇਹ ਜਿਹੜਾ ਤਨ ਹੈ ਨਾ ਸਰੀਰ, ਕਿਉਂਕਿ ਕਰਮ ਭੂਮ ਹੈ ਨਾ, ਕਰਮ ਭੂਮ ਮੈਂ ਬੋਵਹੁ ਨਾਮ, ਪੂਰਨ ਹੋਏ ਤੁਮਾਰਾ ਕਾਮ। ਇਹ ਕਰਮ ਜੂਨੀ ਹੈ ਜਿਹੜੀ ਧਰਤੀ ਹੈ, ਸਰੀਰ ਮਨੁੱਖਾ। ਇਹੋ ਤਨ ਧਰਤੀ ਬੀਜ ਕਰਮਾ ਕਰੋ। ਤੇ ਕਰਮ ਜਿਹੜੇ ਨਿਸ਼ਕਾਮ ਕਰਮ ਆਦਿਕ ਭਗਤੀ ਵਾਲੇ ਕਰਨੇ ਨੇ ਨਾ, ਇਹ ਕਰਨੀ ਜਿਹੜੀ ਸ਼ੁਭ ਹੈ, ਇਹ ਬੀਜ ਪਾਉਣਾ ਕਰੋ। ਸਲਲ ਆ ਪਾਓ ਸਾਰੰਗ ਪਾਣੀ। ਸਾਰੰਗ ਪਾਣੀ ਪਰਮਾਤਮਾ, ਸਾਰੰਗ ਨਾਮ ਧਨੁਸ਼ ਦਾ ਹੈ, ਤੇ ਪਾਣੀ ਨਾਮ ਹੱਥਾਂ ਦਾ ਹੈ। ਹੱਥ 'ਚ ਧਨੁਸ਼ ਪਕੜਨ ਵਾਲੇ ਵਿਸ਼ਨੂੰ ਜੀ ਨੂੰ ਕਿਹਾ ਗਿਆ, ਇਹ ਉਹਨਾਂ ਸਾਰੰਗ ਪਾਣੀ ਨਾਮ ਪਾਤਾ ਵੀ ਭਗਵਾਨ ਦਾ ਨਾਮ, ਪਰਮਾਤਮਾ ਦਾ ਨਾਮ। ਸਤਿਗੁਰਾਂ ਨੇ ਇਹ ਅਕਾਲ ਪੁਰਖ ਦਾ ਵਾਚਕ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਬਾਣੀ 'ਚ, ਜਿਵੇਂ ਰਘੁਬਰ। ਸੋ ਇਸ ਪ੍ਰਕਾਰ ਹੋਰ ਵੀ ਅਨੇਕਾਂ ਨਾਮ, ਸਾਰੰਗ ਧਨ ਭਗਵਾਨ ਬੀਠਲਾ, ਨਾ ਗਿਣਤ ਨਾ ਆਵੈ ਸਰਬੰਗਾ, ਅਨੇਕਾਂ ਨਾਮ ਵਾਹਿਗੁਰੂ ਦੇ ਵਰਤੇ ਹਨ। ਹਜ਼ੂਰ ਕਹਿੰਦੇ ਨੇ ਸਲਲ ਆ ਪਾਓ ਸਾਰੰਗ ਪਾਣੀ। ਸਾਰੰਗ ਪਾਣੀ ਪਰਮਾਤਮਾ ਦਾ ਜਿਹੜਾ ਨਾਮ ਜਪਣਾ। ਦੂਜਾ ਅਰਥ ਇਹ ਵੀ ਹੈ, ਸਾਰੰਗ ਪਪੀਏ ਦੀ ਨਿਆਈ ਜਿਹੜਾ ਜਪਣਾ, ਜਿਵੇਂ ਪਪੀਆ ਪਾਣੀ ਸਵਾਂਤੀ ਬੂੰਦ ਵਾਸਤੇ ਪ੍ਰਿਓ ਦੀ ਟੇਰ ਲਾਉਂਦਾ, ਇਨ ਜਿਹੜਾ ਜਪਣਾ ਵਾਹਿਗੁਰੂ ਨੂੰ, ਇਹ ਸਲਲ ਆ ਪਾਓ, ਇਹ ਲਿਆ ਕੇ ਪਾਣੀ ਪਾਓ। ਬੀਜ ਨੂੰ ਜਿਹੜਾ ਪਾਣੀ ਦੇਈਦਾ ਫਸਲ ਨੂੰ। ਮਨ ਕਿਰਸਾਨ ਹਰ ਹਿਰਦੈ ਜਮਾਏ ਲੈ। ਆਪਣੇ ਮਨ ਨੂੰ ਬਣਾਓ ਕਿਰਸਾਨ। ਜਿਵੇਂ ਕਿਹਾ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਆਦਿਕ ਸ਼ਬਦ ਉਚਾਰਨ ਕੀਤੇ ਹਨ। ਇੱਥੇ ਹਜ਼ੂਰ ਕਹਿ ਰਹੇ ਨੇ ਆਪਣੇ ਮਨ ਨੂੰ ਹੀ ਕਿਰਸਾਨ ਕਰੋ। ਮਨ ਕਿਰਸਾਨ ਬਣ ਜਾਏ, ਖੇਤੀ ਕਰਨ ਵਾਲਾ ਮਨ ਤਿਆਰ ਹੋ ਜਾਏ ਵਾਹੀ ਕਰਨ। ਹਰ ਹਿਰਦੈ ਜਮਾਏ ਲੈ। ਇਸ ਤਰ੍ਹਾਂ ਹਿਰਦੇ ਦੇ ਖੇਤ ਅੰਦਰ, ਤਨ ਸਰੀਰ ਹਿਰਦੇ ਦੇ ਖੇਤ ਅੰਦਰ ਹਰੀ ਪਰਮਾਤਮਾ ਦੇ ਨਾਮ ਦੇ ਬੀਜ ਨੂੰ ਜਮਾਏ ਲੈ, ਉਗਾ ਲਵੋ। ਇਉਂ ਪਾਵਸ ਪਦ ਨਿਰਬਾਣੀ। ਇਸ ਤਰ੍ਹਾਂ ਪਾਵਸ ਪ੍ਰਾਪਤ ਕਰ ਲਏਗਾ ਪਦ ਨਿਰਬਾਣੀ। ਨਿਰਬਾਣ ਪਦ ਇੱਕ ਹਰ ਕੋ ਨਾਮ। ਨਿਰਬਾਣ ਕੀਰਤਨ ਗਾਵੋ ਕਰਤੇ ਕਾ ਬਚਨ ਕੀਰਤਨ। ਨਿਰਬਾਣ ਪਦਵੀ, ਨਿਰਬੰਧ ਅਵਸਥਾ, ਜਿੱਥੇ ਜਾ ਕੇ ਹਰਖ ਸੋਗ, ਖੁਸ਼ੀ ਗਮੀ, ਜੰਮਣ ਮਰਨ, ਭੁੱਖ ਤੇ ਆਦਿਕ ਚੀਜ਼ਾਂ ਦਾ ਅਸਰ ਨਹੀਂ ਪੈਂਦਾ। ਜਿੱਥੇ ਆਏ ਹਰਖ ਨਾ ਗਏ ਸੋਗ। ਸੋ ਇਸ ਪ੍ਰਕਾਰ ਦੀ ਪਦਵੀ ਪ੍ਰਾਪਤ ਕਰ ਲਵੇਗਾ। ਕਾਹੇ ਗਰਬਸ ਮੂੜੇ ਮਾਇਆ। ਹੇ ਮੂੜੇ ਮੂਰਖ ਜੀਵ, ਮਾਇਆ ਕਰਕੇ ਕਾਹਦੇ ਵਾਸਤੇ ਗਰਬ ਕਰਦਾ? ਜੋ ਤੇਰੇ ਕੋਲ ਚਾਰ ਦਮੜੇ ਹਨ, ਜਾਂ ਹਉਮੈ ਲੱਗੀ ਹੋਰ ਇਕੱਠੀ ਕਰ ਲਵਾਂ, ਹੋਰ ਇਕੱਠੀ ਕਰ ਲਵਾਂ। ਸੋ ਇਸ ਮਾਇਆ ਨੂੰ ਵੇਖ ਕੇ
ਦ੍ਰਿਸ਼ਮਾਨ ਪ੍ਰਪੰਚ ਵੱਲ ਵੇਖ ਕੇ, ਮਾਲ ਸਵਾਬ ਇਕੱਠਾ ਕੀਤਾ ਜਲ ਵੇਖ ਕੇ, ਕਾਹੇ ਗਰਬਸ ਕਦ ਲਈ ਹੰਕਾਰ ਦੇ ਫੁੰਕਾਰੇ ਮਾਰਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਆ, ਰੇ ਮਨ ਮੂਸ ਬਿਲਾ ਮੈਂ ਗਰਬਤ, ਹੇ ਮਨਾ ਤੂੰ ਚੂਹੇ ਵਰਗਾ। ਤੇ ਚੂਹਾ ਜਿਵੇਂ ਖੁੱਡ 'ਚ ਵੜਿਆ ਹੋਇਆ ਤੇ ਫੁੰਕਾਰੇ ਮਾਰੇ ਹੰਕਾਰ ਦੇ, ਇਹ ਦੇਹੀ ਖੁੱਡ ਹੈ, ਬਿਲਾ ਹੈ, ਇਹ ਮੂਸ ਇਹ ਮਨ ਹੈ ਚੂਹਾ। ਰੇ ਮਨ ਮੂਸ ਬਿਲਾ ਮੈਂ ਗਰਬਤ, ਕਰਤਬ ਕਰਤ ਮਹਾ ਮੁਗਨਾ, ਜਿਹੜੇ ਤੂੰ ਕਰਤੱਵ ਕਰਦਾ ਕਰਮ ਕਰਦਾ ਉਹ ਤੇ ਮਹਾਨ ਮੂਰਖਾਂ ਵਾਲੇ ਨੇ। ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁਗਨਾ। ਸੰਪਤੀ ਜਾਇਦਾਦ ਇਹਦਾ ਢੋਲ ਖੜਕਾਰਿਆਂ ਤੋਂ, ਇਹ ਢੋਲ ਗਲ 'ਚ ਪਾਇਆ ਮੇਰੇ ਕੋਲ ਜਾਇਦਾਦ ਬੜੀ, ਤੇ ਝੂਲੇ ਤੇ ਚੜ੍ਹਿਆ ਹੋਇਆ ਮਾਇਆ ਦੇ ਹੁਲਾਰੇ ਲੈ ਰਿਹਾ। ਝੋਲ ਸੰਗ ਝੂਲਤ, ਸੋ ਮਾਇਆ ਦੇ ਜਿਹੜੇ ਸੁੱਖ ਨੇ ਇਹਨਾਂ ਦੇ ਭੰਗੂੜੇ 'ਚ ਚੜ੍ਹਿਆ ਹੋਇਆ, ਹੂਟੇ ਮਾਟੇ ਲੈ ਰਿਹਾ, ਝੂਟੇ ਲੈ ਰਿਹਾ। ਸੋ ਇਸ ਪ੍ਰਕਾਰ ਸੰਪਦ ਦੋਲ ਝੋਲ ਸੰਗ ਝੂਲਤ, ਮਾਇਆ ਮਗਨ, ਮਾਇਆ 'ਚ ਐਸਾ ਮਸਤ ਹੋਇਆ, ਭ੍ਰਮਤ ਘੁਗਨ, ਇੰਝ ਭਾਉਂਦਾ ਫਿਰਦਾ ਦਿਨੇ ਰਾਤ ਜਿਵੇਂ ਘੁੱਗੂ ਉੱਲੂ, ਉੱਲੂ ਨੂੰ ਦਿਨ ਵੇਲੇ ਦਿਸਦਾ ਨਹੀਂ, ਇਸ ਤਰ੍ਹਾਂ ਉਹ ਕੰਧਾਂ 'ਚ ਵੱਜਦਾ ਫਿਰਦਾ। ਕਹਿੰਦੇ ਉੱਲੂ ਵਰਗਾ ਤੂੰ, ਉੱਲੂ ਵਾਂਗ ਭਾਉਂਦਾ ਫਿਰਦਾ। ਮਾਇਆ ਮਗਨ ਭ੍ਰਮਤ ਘੁਗਨਾ, ਮਾਤ ਪਿਤਾ ਬਨਤਾ ਸੁਤ ਬੰਧ ਪਤਾਸਿਓ ਮੋਹ ਵੱਡਿਓ ਸੁਕਨਾ। ਮਾਤਾ ਪਿਤਾ ਇਸਤਰੀ ਪੁੱਤਰ ਸੰਬੰਧੀ ਸਾਰਿਆਂ ਨਾਲ ਬੜਾ ਮੋਹ ਵਧਾ ਲਿਆ ਤੂੰ, ਬੜੇ ਚੰਗੇ ਲੱਗਦੇ ਆ ਤੈਨੂੰ, ਬੜਾ ਮਾਣ ਉਹਨਾਂ ਦਾ ਵੀ ਕਰਦਾ, ਮੇਰੇ ਬੜੇ ਸੰਬੰਧੀ ਨੇ। ਔਰ ਬੋਇਓ ਬੀਜ ਅਹੰ ਮਮ ਅੰਕੁਰ, ਬੀਤਤ ਔਧ ਕਰਤ ਅਗਨਾ। ਤੂੰ ਆਪਣੇ ਹਿਰਦੇ 'ਚ ਹੰਕਾਰ ਦਾ ਬੀਜ ਲਿਆ, ਤੇ ਫਿਰ ਉਹ ਹੰਕਾਰ ਦੇ ਸਹਿਤ ਹੋ ਕੇ ਤੂੰ ਮਾਇਆ ਇਕੱਠੀ ਕੀਤੀ, ਤੇ ਉੱਥੇ ਮਮਤਾ ਪੈਦਾ ਹੋਈ, ਅੰਕੂਰ ਫੁੱਟ ਪਏ। ਬੀਜ ਬੀਜੀਏ ਤੇ ਫਿਰ ਅੰਕੂਰ ਫੁੱਟਦੇ ਨੇ। ਬੋਇਓ ਬੀਜ ਅਹੰ ਮਮ ਅੰਕੁਰ, ਬੀਤਤ ਔਧ ਕਰਤ ਅਗਨਾ। ਉਮਰ ਬਤੀਤ ਹੁੰਦੀ ਜਾਂਦੀ ਹੈ ਤੇਰੀ ਪਾਪ ਤੇ ਪਾਪ ਕਰਦਿਆਂ, ਵਾਹਿਗੁਰੂ ਨੂੰ ਭੁਲਾ ਦੇਣਾ ਵੱਡਾ ਪਾਪ ਤੂੰ ਸਿਰ ਤੇ ਚੱਕਿਆ ਆ, ਹੋਰ ਅਨੇਕਾਂ ਪਾਪ ਇੱਥੋਂ ਜਨਮ ਲੈ ਗਏ। ਬੀਤਤ ਔਧ ਕਰਤ ਅਗਨਾ, ਮਿਰਤ ਮੰਜਾਰ, ਮੌਤ ਰੂਪੀ ਮੰਜਾਰ ਬਿੱਲਾ, ਪਸਾਰ ਮੁਖ ਨਿਰਖਤ, ਮੂੰਹ ਪਸਾਰ ਕੇ ਤੇਰੇ ਵੱਲ ਵੇਖਦਾ ਪਿਆ, ਕਦੋਂ ਤੇਰੀ ਉਮਰ ਪੂਰੀ ਹੋਵੇ ਤੇ ਮੈਂ ਪਕੜਾਂ। ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੂਖ ਭੁਖਨਾ। ਤੂੰ ਪਦਾਰਥਾਂ ਦੀ ਤ੍ਰਿਸ਼ਨਾ ਦੇ ਭੁੱਖਾ ਹੋਇਆ, ਪਦਾਰਥਾਂ ਵਿੱਚ ਗਲਤਾਨ ਹੋਇਆ ਹੋਰ ਪਦਾਰਥ ਇਕੱਠੇ ਹੋ ਜਾਣੇ, ਤ੍ਰਿਸ਼ਨਾ ਲੱਗੀ ਹੋਈ, ਤੇ ਪਦਾਰਥਾਂ ਨੂੰ ਭੋਗਣ ਵਿੱਚ ਹੀ ਮਸਤ ਹੋਇਆ, ਜਿਵੇਂ ਚੂਹਾ ਮਸਤ ਹੋਇਆ ਹੋਵੇ ਕੋਈ ਚੀਜ਼ ਖਾਣ ਵਿੱਚ, ਤੇ ਬਿੱਲਾ ਉੱਧਰ ਵੇਖ ਰਿਹਾ ਹੋਵੇ, ਜਦੋਂ ਉਹਦੀ ਗ੍ਰਿਫਤ ਵਿੱਚ ਆ ਜਾਂਦਾ ਉਦੋਂ ਪਕੜ ਲੈਂਦਾ। ਸੋ ਇਸ ਪ੍ਰਕਾਰ ਸਿਮਰ ਗੋਪਾਲ ਦਇਆਲ ਸਤ ਸੰਗਤ ਜਾਨਕ ਜਗ ਜਾਣਤ ਸੁਪਨਾ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਚਾਹੀਦਾ ਸੀ ਇਹ ਜਗਤ ਨੂੰ ਸੁਪਨਾ ਜਾਣਦਾ ਹੋਇਆ ਤੂੰ ਸਤ ਸੰਗਤ ਵਿੱਚ ਮਿਲ ਕੇ ਸ੍ਰਿਸ਼ਟੀ ਦੇ ਪਾਲਕ ਵਾਹਿਗੁਰੂ ਨੂੰ, ਦਿਆਲੂ ਕਿਰਪਾਲੂ ਨੂੰ ਤੂੰ ਸਿਮਰਦਾ ਤੇ ਤੇਰੀ ਕਲਿਆਣ ਹੋ ਜਾਂਦੀ। ਇਸ ਤਰ੍ਹਾਂ ਹਜ਼ੂਰ ਇੱਥੇ ਬਚਨ ਕਰ ਰਹੇ ਨੇ, ਕਾਹੇ ਗਰਬਸ ਮੂੜੇ ਮਾਇਆ, ਹੇ ਮੂੜੇ ਮੂਰਖਾ। ਬਾਕੀਆਂ ਨੂੰ ਮੂਰਖ ਕਹੀ ਜਾਂਦਾ ਜੀ, ਆਪਣੇ ਆਪ ਨੂੰ ਬੜਾ ਸਿਆਣਾ, ਪਰ ਹਜ਼ੂਰ ਕਹਿੰਦੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਇੰਜ ਵੀ ਕਿਹਾ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ, ਹੋਰ ਸਾਰਾ ਸੰਸਾਰ ਭਲਾ, ਮੂਰਖ ਤਾਂ ਤੂੰ ਹੀ ਹੈ। ਆਪਣੇ ਆਪ ਨੂੰ ਕਹੋ ਕਿ ਤੂੰ ਮੂਰਖਾ ਮਨਾ। ਪਿਤ ਸੁਤੋ ਸਗਲ ਕਲੱਤਰ, ਮਾਤਾ ਤੇਰੇ ਹੋਏ ਨਾ ਅੰਤ ਸਿਖਾਇਆ। ਤੇਰਾ ਪਿਤਾ, ਤੇਰੇ ਪੁੱਤਰ ਸਾਰੇ, ਕਲੱਤਰ ਇਸਤਰੀ ਵੀ, ਮਾਤਾ ਵੀ, ਤੇਰੇ ਅੰਤ ਨੂੰ ਸਖਾ ਮਿੱਤਰ ਸਖਾਈ ਨਹੀਂ ਹੋਣਗੇ, ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਵੇਗਾ ਅੰਤ ਨੂੰ। ਸੋ ਇਸ ਪ੍ਰਕਾਰ ਸਾਰੇ ਸਾਥ ਛੱਡ ਜਾਣਗੇ। ਰਹਾਓ ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ। ਹੁਣ ਹਜ਼ੂਰ ਦੱਸ ਰਹੇ ਨੇ ਵੀ ਜਿਵੇਂ ਖੇਤੀ ਬੀਜਦੀ ਹੈ, ਪਾਣੀ ਵੀ ਲਾਈਏ, ਪਰ ਨਾਲ ਧਿਆਨ ਰੱਖਣਾ ਪੈਂਦਾ ਜਿਹੜਾ ਵਿੱਚ ਨਦੀਨ ਉਗਦਾ ਹੈ ਨਾ, ਉਹ ਪੁੱਟਣਾ ਪੈਂਦਾ। ਬਿਖੈ ਬਿਕਾਰ, ਵਿਸ਼ੇ ਪੰਜੇ, ਸ਼ਬਦ ਸਪਰਸ਼ ਰੂਪ ਰਸ ਗੰਧ, ਤੇ ਪੰਜ ਵਿਕਾਰ, ਪੰਚ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਸੰਗ। ਉਹ ਹਨ ਕਾਮ ਕ੍ਰੋਧ ਮੋਹ ਲੋਭ ਹੰਕਾਰ। ਇਹ ਦੁਸ਼ਟ ਬਣ ਕੇ ਤੇਰੇ ਅੰਦਰ ਵਸੇ ਹੋਏ ਨੇ। ਕਿਰਖਾ ਕਰੇ, ਇਹਨਾਂ ਨੂੰ ਜੇ ਤੂੰ ਪੁੱਟ ਸੁੱਟੇ, ਇਹਨਾਂ ਨੂੰ ਆਪਣੇ ਹਿਰਦੇ ਦੇ ਖੇਤ ਚੋਂ ਪੁੱਟ ਕੇ ਬਾਹਰ ਸੁੱਟੇ। ਕਿਰਖਾ ਕਹਿੰਦਾ ਖਿੱਚਣਾ, ਖਿੱਚਣਾ, ਖੈਂਚ ਕੇ ਪੁੱਟ ਕੇ ਬਾਹਰ ਸੁੱਟ ਦਵੇਂ। ਇਹਨਾਂ ਤਜ ਆਤ ਮੈਂ ਹੋਏ ਤੇ ਆਈ। ਇਹਨਾਂ ਨੂੰ ਛੱਡ ਕੇ ਆਪਣੇ ਮਨ ਹੀ ਮਨ ਅੰਦਰ ਜੋ ਪ੍ਰਮਾਤਮਾ ਤੇਰਾ ਆਤਮਾ ਰੂਪ ਬਣਿਆ ਹੋਇਆ, ਹਰ ਥਾਂ ਮੌਜੂਦ ਹੈ ਵਾਹਿਗੁਰੂ, ਉਸ ਨੂੰ ਧਿਆਉਣ ਵਾਲਾ ਤੂੰ ਬਣ ਜਾਏ। ਜਪ ਤਪ ਸੰਜਮ ਹੋਏ ਜਬ ਰਾਖੇ,
ਔਰ ਫਿਰ ਖੇਤ ਦੀ ਰਖਵਾਲੀ ਵਾਸਤੇ ਪਹਿਰੇਦਾਰ ਰਾਖੇ ਵੀ ਰੱਖੇ ਹੁੰਦੇ ਨੇ, ਜਿਵੇਂ ਲੋਕ ਵਾੜ ਲਾਉਂਦੇ ਨੇ ਜਾਂ ਰਾਖੀ ਕਰਨ ਵਾਲੇ ਹੁੰਦੇ ਨੇ। ਜਪ ਤਪ ਸੰਜਮ, ਜਪ ਕਰਨਾ ਪਰਮਾਤਮਾ ਦੇ ਨਾਮ ਦਾ, ਤਪ ਗੁਰ ਸੇਵਾ ਤਪਾਂ ਸਿਰ ਤਪਸਾਰ, ਜਾਂ ਤਪਨ ਤਪ ਗੁਰ ਗਿਆਨ, ਇਹ ਤੇ ਸੰਜਮ ਇੰਦਰੀਆਂ ਦਾ ਸੰਜਮ, ਸਵੈ ਕਾਬੂ, ਆਪਣੇ ਜੀਵਨ ਨੂੰ ਜੋ ਜਿਸ ਤਰ੍ਹਾਂ ਮੁਸਲਮਾਨ ਧਰਮ 'ਚ ਸ਼ਰ੍ਹਾ ਹੈ ਉਹ ਵੀ ਨਿਯਮਾਂ ਦੇ ਵਿੱਚ ਬੰਨ੍ਹਣਾ ਆਪਣੇ ਆਪ ਨੂੰ, ਸਾਡੇ ਧਰਮ ਦੀ ਮਰਿਆਦਾ ਹੈ। ਤੇ ਇਸੇ ਪ੍ਰਕਾਰ ਸਾਰੇ ਧਰਮਾਂ ਦੇ ਇਹ ਕਰਮ ਨੇ, ਜਿਵੇਂ ਹਿੰਦੂਆਂ 'ਚ ਕਰਮ ਕਾਂਡ ਕਿਹਾ ਜਾਂਦਾ, ਇਸ ਤਰ੍ਹਾਂ ਸੰਜਮੀ ਜੀਵਨ ਬਣਾਉਣਾ, ਕੰਟਰੋਲ 'ਚ ਸਵੈ ਕਾਬੂ 'ਚ ਰਹਿਣਾ, ਚਰਿੱਤਰ ਆਦਿਕ ਆਪਣਾ ਉੱਚਾ ਰੱਖਣਾ। ਇਹ ਜਦੋਂ ਰਾਖੇ ਬਣ ਜਾਣਗੇ ਤੇਰੇ ਖੇਤ ਦੀ ਰਖਵਾਲੀ ਕਰਨ ਵਾਲੇ, ਕਮਲ ਬਿਗਸੈ ਤਾਂ ਕਮਲ ਹਿਰਦਾ ਬਿਗਸਦਾ ਖਿੜ ਆਉਂਦਾ, ਹਿਰਦਾ ਕਮਲ, ਹਿਰਦਾ ਰੂਪੀ ਕਮਲ ਫਿਰ ਖਿੜ ਆਉਂਦਾ ਹੈ। ਮਦ ਆਸੁਰਮਾਈ, ਜਿਸ ਤਰ੍ਹਾਂ ਕਮਲ ਫੁੱਲ ਦੇ ਵਿੱਚੋਂ ਮਕਰੰਦ ਰਸ ਟਪਕਦਾ ਹੈ, ਇਸੇ ਤਰ੍ਹਾਂ ਫਿਰ ਮਦ ਦਾ ਅਰਥ ਹੈ ਮਧੂ, ਸ਼ਹਿਦ, ਮਦ ਨਾਮ ਵਿੱਚ ਦਾ ਵੀ ਹੈ। ਕਮਲ ਫੁੱਲ ਦੇ ਵਿੱਚੋਂ ਆਸੁਰਮਾਈ ਮਕਰੰਦ ਰਸ ਫਿਰ ਸਿਮਦਾ ਹੈ, ਤੇ ਇੱਥੇ ਮਦ ਦਾ ਅਰਥ ਸ਼ਹਿਦ, ਸ਼ਹਿਦ ਦਾ ਮਤਲਬ ਆਤਮਨੰਦ ਰੂਪ ਰਸ। ਇਹ ਆਸੁਰਮਾਈ, ਇਹ ਫਿਰ ਇੱਥੋਂ ਸਿਮਦਾ ਹੈ ਹਿਰਦੇ 'ਚੋਂ। 20 ਸਪਤਾ ਹਰੋ ਬਾਸਰੋ ਸੰਗ੍ਰਹਿ, 3 ਖੋੜਾ ਨਿਤ ਕਾਲ ਸਾਰੈ। ਇਹ ਪੰਕਤੀ ਦੇ ਅਰਥ ਕਈ ਤਰੀਕਿਆਂ ਨਾਲ ਵਿਦਵਾਨਾਂ ਨੇ ਕੀਤੇ ਨੇ। ਸੰਪਰਦਾਵਾਂ ਦੇ ਵਿੱਚ ਟਕਸਾਲ ਦੇ ਅੰਦਰ 20 ਸਪਤਾ ਹਰੋ, 20 ਤੇ 7 ਜਿਹੜੇ ਨਛੱਤਰ ਮੰਨੇ ਗਏ ਨੇ, ਜਿਹੜਾ ਚੰਦਰਮਾ ਦੇ ਲਿਹਾਜ਼ ਨਾਲ ਸਾਲ ਹੈ ਉਹਦੇ 'ਚ 27 ਨਛੱਤਰ ਹੁੰਦੇ ਨੇ। ਤੇ ਹਜ਼ੂਰ ਕਹਿੰਦੇ ਉਹਨਾਂ ਨਛੱਤਰਾਂ ਦਾ ਜਿਹੜਾ ਵਹਿਮ ਭਰਮ ਹੈ ਉਹ ਹਰੋ, ਨਾਸ ਕਰ ਦਿਓ। ਦੂਸਰਾ ਅਰਥ ਇੰਝ ਹੈ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਸੂਖਮ ਤੱਤ ਤੇ 3 ਗੁਣ ਮਾਇਆ ਦੇ, ਇਹ ਹੋ ਗਏ 18। ਇੱਕ ਪ੍ਰਕਿਰਤੀ, ਇੱਕ ਮਨ, ਇੱਕ ਮਹੀ ਤੱਤ ਤੇ ਇੱਕ ਅਹੰਕਾਰ। ਸੋ ਇਸ ਪ੍ਰਕਾਰ ਇਹ ਸਾਰੇ ਮਿਲਾ ਕੇ ਤੇ 27 ਬਣਦੇ ਨੇ। ਸੋ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਵੀ ਇਹਨਾਂ 27 ਦੇ ਮਾਣ ਨੂੰ ਹਰੋ, 20 ਸਪਤਾ ਹਰੋ, ਬਾਸਰੋ ਸੰਗ੍ਰਹਿ, ਸਾਰੇ ਦਿਨਾਂ ਵਿੱਚ ਹੀ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰੋ, ਗ੍ਰਹਿਣ ਕਰੋ ਪਰਮੇਸ਼ਰ ਦੇ ਨਾਮ ਨੂੰ। 3 ਖੋੜਾ ਨਿਤ ਕਾਲ ਸਾਰੈ, 3 ਖੋੜਾ 3 ਅਵਸਥਾ ਹਨ, ਜਾਗਰਤ ਸੁਪਨ ਸੁਖੋਪਤ, ਇਹਨਾਂ ਵਿੱਚ, ਤੇ 3 ਅਵਸਥਾ ਬਾਲਕ, ਜਵਾਨੀ ਤੇ ਬਿਰਧ ਅਵਸਥਾ। ਖੋੜ ਜਿਵੇਂ ਬਿਰਸ਼ ਦੇ ਅੰਦਰ ਵਿੱਚੋਂ ਪੋਲ ਹੁੰਦੀ ਹੈ, ਖੋੜ ਬਣੀ ਹੋਈ, ਇਹ ਤੇ ਆਦਿਕ ਜੀਵਨ ਸਮਾਪਤ ਹੋਣ ਵਾਲੇ ਪਾਸੇ ਜਾ ਰਿਹਾ ਨਾ, ਇਹ ਸਥਿਰ ਨਹੀਂ ਹੈ। ਇਸ ਕਰਕੇ 3 ਖੋੜਾ 3 ਅਵਸਥਾ, ਨਿਤ ਕਾਲ ਸਾਰੈ, ਨਿਤ ਹੀ ਕਾਲ ਮੌਤ ਨੂੰ ਸਾਰੈ, ਸਾਰ ਖਬਰ ਰੱਖਣੀ, ਮੌਤ ਦਾ ਚੇਤਾ ਰੱਖਣਾ। ਦੂਸਰਾ ਅਰਥ ਇੰਝ ਵੀ ਕੀਤਾ, 20 ਸਪਤਾ ਹਰੋ, 20 ਤੇ 7 27 ਜੋ ਨਛੱਤਰ ਹਨ ਉਹਨਾਂ ਵਿੱਚ, ਤੇ ਬਾਸਰੋ, ਸਾਰੇ ਦਿਨਾਂ ਵਿੱਚ ਸੰਗ੍ਰਹਿ, ਨਾਮ ਦੇ ਧਨ ਨੂੰ ਇਕੱਠਾ ਕਰਦਾ ਜਿਹੜਾ, ਤੇ 3 ਅਵਸਥਾ ਦੇ ਵਿੱਚ ਕਾਲ ਨੂੰ ਸਾਰਾ, ਮੌਤ ਨੂੰ ਚਿੱਤ ਰੱਖਦਾ। 10 18 ਅਪਰੰਪਰੋ ਚਿੰਨ੍ਹ, 10 ਤੇ 18, 10 ਕੀ ਹਨ? 4 ਵੇਦ, 6 ਸ਼ਾਸਤਰ, ਇਹ ਹੋ ਗਏ 10 ਤੇ 18 ਪੁਰਾਣ, ਭਵਿੱਖਤ ਪੁਰਾਣ, ਗਰੜ ਪੁਰਾਣ, ਵਿਸ਼ਨੂੰ ਪੁਰਾਣ ਆਦਿਕ ਸਾਰੇ ਜਿਹੜੇ ਉਹ ਗ੍ਰੰਥ ਨੇ, ਉਹਨਾਂ ਵਿੱਚੋਂ ਅਪਰੰਪਰੋ ਚਿੰਨ੍ਹ, ਇੰਝ ਸਮਝ ਲੈ ਵੇਦ ਪੁਰਾਣ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇੱਕ ਆਖਰ, ਇਹਨਾਂ ਦਾ ਮੂਲ ਨਿਚੋੜ ਤਾਂ ਇੱਕ ਰਾਮ ਦੇ ਨਾਮ ਦਾ ਅੱਖਰ ਹੀ ਹੈ। ਸੋ ਇਸ ਪ੍ਰਕਾਰ ਕਹਿੰਦੇ ਅਪਰ ਅਪਾਰ, ਅਪਰੰਪਰੋ ਦਾ ਅਰਥ ਹੈ ਅਪਰ ਅਪਾਰੋ, ਜਿਹੜਾ ਵਾਹਿਗੁਰੂ ਹੈ ਪ੍ਰਮਾਤਮਾ, ਉਹਨੂੰ ਚਿੰਨ੍ਹ ਹੈ ਜਿਹੜਾ ਜਾਣ ਲੈਂਦਾ ਹੈ। ਉਸ ਪ੍ਰਮਾਤਮਾ ਜੋ ਨਿਚੋੜ ਰੂਪ ਹੈ ਸਾਰੇ ਗ੍ਰੰਥਾਂ ਵੇਦ ਸ਼ਾਸਤਰਾਂ ਦਾ, ਉਹਨੂੰ ਜੋ ਜਾਣ ਲੈਂਦਾ। ਕਹੈ ਨਾਨਕ ਇਵ ਏਕ ਤਾਰੈ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਇੱਕ ਪ੍ਰਮਾਤਮਾ ਹੈ ਜੋ ਤਾਰ ਲੈਂਦਾ ਸੰਸਾਰ ਸਮੁੰਦਰ ਤੋਂ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹ ਅਗਲਾ ਸ਼ਬਦ ਵੀ ਇਸ ਰਾਗ ਦੇ ਤੀਜੇ ਘਰ ਸੁਰ ਤਾਲ ਅੰਦਰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ। ਹੁਣ ਸਤਿਗੁਰੂ ਜੀ ਇੰਝ ਕਹਿ ਰਹੇ ਨੇ ਕਿ ਅਮਲ ਕਰ ਧਰਤੀ, ਅਮਲ ਦਾ ਅਰਥ ਇੱਥੇ ਅਮਲ ਫੀਮ ਨਸ਼ਾ ਨਾ ਸਮਝ ਲੈਣਾ। ਜਿਵੇਂ ਕਿਹਾ ਬਾਬਾ ਆਖੈ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅਮਲ ਹੁੰਦੇ ਨੇ
ਚੰਗੇ ਕਰਮ, ਸ਼ੁਭ ਅਮਲ ਚੰਗੇ ਕਰਮ, ਸ਼ੁਭ ਕਰਨੀ। ਸੋ ਹਜ਼ੂਰ ਕਹਿੰਦੇ ਨੇ ਅਮਲ ਕਰ ਧਰਤੀ, ਕਿਉਂਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਜਿਵੇਂ ਕਿਹਾ ਕਿ ਜੋ ਕਰਸਾਣੀ ਹੈ, ਮਨਹਾਲੀ ਕਰਸਾਣੀ ਕਰਨੀ, ਇੱਥੇ ਹਜ਼ੂਰ ਕਹਿ ਰਹੇ ਨੇ ਕਿ ਅਮਲ ਜਿਹੜੀ ਕਰਨੀ ਹੈ ਉਹਨੂੰ ਧਰਤੀ ਬਣਾ। ਬੀਜ ਸ਼ਬਦੋ ਕਰ, ਤੇ ਸ਼ਬਦ ਜਿਹੜਾ ਗੁਰੂ ਕਾ ਇਹਨੂੰ ਬੀਜ ਬਣਾ। ਸੱਚ ਕੀ ਆਬ ਨਿਤ ਦੇਹ ਪਾਣੀ, ਸੱਚ ਦੀ ਜੋ ਚਮਕ ਹੈ, ਤੇ ਆਬ ਦਾ ਦੂਜਾ ਅਰਥ ਕੀਤਾ ਤਰੌਂਤ, ਕਿਉਂਕਿ ਆਬ ਦਾ ਅਰਥ ਪਾਣੀ ਵੀ ਹੈ, ਫਾਰਸੀ 'ਚ ਆਬ ਨਾਮ ਪਾਣੀ ਦਾ। ਤਾਂ ਹਜ਼ੂਰ ਕਹਿੰਦੇ ਨੇ ਆਬ ਜਿਹੜੀ ਤਰੌਂਤ ਹੈ ਸੱਚ ਦੀ, ਇਹ ਪਾਣੀ ਦੇਣਾ ਇਸ ਖੇਤ ਨੂੰ। ਤੇ ਦੂਸਰਾ ਆਬ ਦਾ ਅਰਥ ਹੈ ਚਮਕ, ਜੋ ਸੱਚ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੀ ਗਿਆਨ ਦੀ ਚਮਕ ਹੈ। ਨਿਰਦੇਹ ਪਾਣੀ, ਇਹ ਪਾਣੀ ਦੇ ਇਸ ਖੇਤ ਨੂੰ। ਹੋਏ ਕਿਰਸਾਨ ਈਮਾਨ ਜਮਾਇਲ ਹੈ, ਆਪ ਬਣ ਜਾ ਖੁਦ ਕਿਰਸਾਨ, ਅੰਦਰ ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਇਹ ਅੰਦਰਲਾ ਕਿਰਸਾਨ। ਈਮਾਨ ਜਮਾਇਲ ਹੈ, ਈਮਾਨ ਦਾ ਅਰਥ ਹੈ ਪ੍ਰਮਾਤਮਾ ਤੇ ਈਮਾਨ ਰੱਖਣਾ, ਵਿਸ਼ਵਾਸ ਰੱਖਣਾ, ਸ਼ਰਧਾ ਰੱਖਣੀ। ਵਾਹਿਗੁਰੂ ਦੀ ਜਿਹੜੀ ਸ਼ਰਧਾ ਹੈ ਨਾ, ਇਹ ਤੂੰ ਜਮਾਲਾ ਉਗਾਉਣਾ ਹੈ, ਬੀਜ ਦਾ ਉਗਾਉਣਾ ਹੈ। ਭਿਸ਼ਤ ਦੋਜਕ ਮੂੜੇ ਏਵ ਜਾਣੀ, ਫਿਰ ਪਤਾ ਲੱਗੇਗਾ ਹੈ ਮੂੜੇ ਮੂਰਖਾ, ਭਈ ਭਿਸ਼ਤ ਸਵਰਗ ਕਿਆ ਹੈ ਤੇ ਨਰਕ ਕਿਆ ਹੈ। ਭਿਸ਼ਤ ਤੇ ਦੋਜਕ ਦਾ ਗਿਆਨ ਫਿਰ ਤੂੰ ਜਾਣੇਗਾ। ਮਤ ਜਾਣ ਸਹਿ ਗੱਲੀ ਪਾਇਆ, ਇੰਜ ਨਾ ਕਿਤੇ ਜਾਣ ਲਈ ਵੀ ਗੱਲਾਂ ਦੇ ਨਾਲ ਹੀ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਲੋਕਾਂ ਨੇ। ਕਿਸੇ ਨੇ ਵੀ ਗੱਲੀ ਸਹੁ ਨਾ ਪਾਈ ਹੈ, ਦੇਸੀ ਸਹੁ ਨਾ ਪਾਈ ਹੈ ਕਰ ਕਰ ਵੇਸ, ਨਾ ਭੇਖਾਂ ਨਾਲ ਨਾ ਗੱਲਾਂ ਨਾਲ। ਇੱਕ ਫਿਰਹਿ ਘਨੇਰੇ ਕਰਹਿ ਗੱਲਾਂ, ਗੱਲੀ ਕਿਨਾ ਨਾ ਪਾਇਆ। ਗੱਲਾਂ ਬਾਤਾਂ ਨਾਲ ਬਾਹਰਲੀ ਜ਼ਬਾਨ ਦੀ ਬੋਲਚਾਲ ਭਾਵੇਂ ਬੜੀ ਮਿੱਠੀ ਮਿਠਾਸ ਵਾਲੀ, ਬੜੇ ਗਿਆਨ ਧਿਆਨ ਵਾਲੀ ਹੋਵੇ, ਇਹਨਾਂ ਗੱਲਾਂ ਨਾਲ ਕਿਸੇ ਨੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ। ਮਾਲ ਕੈ ਮਾਣੈ ਰੂਪ ਕੀ ਸੋਭਾ, ਤੇ ਵਿਧੀ ਜਨਮ ਗਵਾਇਆ। ਮਾਲ ਧਨ ਜਿਹੜਾ ਇਕੱਠਾ ਕੀਤਾ ਉਹਦਾ ਮਾਣ ਕਰਨਾ, ਤੇ ਰੂਪ ਸੁੰਦਰ ਸਰੀਰ ਵੇਖ ਕੇ ਉਹਨਾਂ ਰੂਪਾਂ ਦੀ ਸੋਭਾ ਕਰਨੀ। ਫਲਾਣਾ ਬੜਾ ਸੋਹਣਾ, ਫਲਾਣੀ ਔਰਤ ਬੜੀ ਸੋਹਣੀ, ਸਰੀਰ ਦੀ ਜਿਹੜੀ ਸੋਭਾ ਕਰਨੀ ਰੂਪ ਸੋਹਣੇ ਦੀ। ਭਾਵਕਾਰਾਂ 'ਚ ਖਿੱਚ ਹੋਣਾ। ਇਤ ਵਿਧੀ ਜਨਮ ਗਵਾਇਆ, ਇਹਨਾਂ ਵਿਧੀਆਂ ਜੀਵਨ ਦੀ ਜਿਹੜੀ ਵਿਧੀ ਇਹੋ ਜਿਹੀ ਬਣਾ ਲਈ ਹੈ, ਇਹਨਾਂ ਢੰਗ ਤਰੀਕਿਆਂ ਵਿੱਚ ਹੀ ਮਨੁੱਖਾ ਜਨਮ ਤੈਂ ਗਵਾ ਲਿਆ। ਰਹਾਓ ਐਬ ਤਨ ਚਿੱਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਜਿਹੜੇ ਸਾਡੇ ਸਰੀਰ ਵਿੱਚ ਐਬ ਹਨ, ਦੋਸ਼ ਵਿਕਾਰ ਹਨ, ਇਹ ਤਾਂ ਹੈ ਚਿੱਕੜ। ਤੇ ਇਹ ਜਿਹੜਾ ਮਨ ਹੈ ਸਾਡਾ, ਇਹ ਬਣ ਗਿਆ ਮੀਂਡਕ ਡੱਡੂ। ਕਮਲ ਕੀ ਸਾਰ ਨਹੀਂ ਮੂਲ ਪਾਈ, ਪਰ ਉਸੇ ਚਿੱਕੜ ਦੇ ਵਿੱਚ ਕਮਲ ਫੁੱਲ ਵੀ ਉੱਗਿਆ, ਤੇ ਕਮਲ ਫੁੱਲ ਦੀ ਸਾਰ ਨਹੀਂ ਉੱਕਾ ਹੀ ਪਾਈ। ਮੂਲ ਮੈਨੇ ਉੱਕਾ ਕਦਾਚਿਤ, ਬਿਲਕੁਲ ਹੀ ਉਹਦੀ ਸਾਰ ਖਬਰ ਹੀ ਨਹੀਂ ਹੋਈ ਡੱਡੂ ਨੂੰ। ਚਿੱਕੜ ਦੇ ਵਿੱਚ ਡੱਡੂ ਹੈ, ਉਹਦੇ ਵਿੱਚ ਹੀ ਕਮਲ ਫੁੱਲ ਉੱਗਿਆ ਹੋਇਆ। ਜੋ ਉਸੇ ਨਜ਼ਦੀਕ ਕਮਲ ਫੁੱਲ ਦੇ ਮੁੱਢ 'ਚ ਵਸ ਰਿਹਾ ਡੱਡੂ, ਉਹਨੇ ਸਾਰ ਨਹੀਂ ਲਈ, ਉਹਨੂੰ ਪਤਾ ਹੀ ਨਹੀਂ ਲੱਗਾ ਕਮਲ ਫੁੱਲ ਦੀ ਖੁਸ਼ਬੂ ਦਾ, ਕਿਉਂਕਿ ਡੱਡੂ ਆ। ਪੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝਿਆ ਜਾਂ ਨਹਿ ਬੁਝਾਈ। ਜਿਹੜਾ ਭੌਰਾ ਹੈ ਉੱਪਰ ਆ ਕੇ ਗੁੰਜਾਰ ਪਾਉਂਦਾ, ਬੋਲੀ ਬੋਲਦਾ, ਤੇ ਮੈਂ ਕਮਲ ਫੁੱਲ ਦੇ ਉੱਪਰ ਆ ਕੇ ਆਨੰਦ ਲੈ ਰਿਹਾ ਹਾਂ ਇਹਦਾ ਮਕਰੰਦ ਰਸ ਦਾ, ਪਰ ਡੱਡੂ ਦੇ ਭਾਗਾਂ ਵਿੱਚ ਨਹੀਂ ਨਾ ਐਸੀ ਸੋਝੀ ਨਹੀਂ ਪ੍ਰਮਾਤਮਾ ਨੇ ਪਾਈ, ਉਹ ਕਿਵੇਂ ਬੁੱਝ ਸਕਦਾ। ਇਸੇ ਪ੍ਰਕਾਰ ਕਮਲ ਕੀ ਹੈ? ਵਾਹਿਗੁਰੂ ਪਰਮਾਤਮਾ। ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਸੰਸਾਰ ਵਾਹਿਗੁਰੂ ਦੀ ਜੋਤ ਤੋਂ ਬਗੈਰ ਨਹੀਂ ਹੈ। ਭੌਰ ਉਸਤਾਦ, ਉਸਤਾਦ ਦਾ ਅਰਥ ਹੈ ਗੁਰੂ। ਗੁਰੂ ਸਾਹਿਬ ਭੌਰ ਹਨ, ਉਹ ਨਿਤ ਹੀ ਭਾਖਿਆ ਬੋਲੇ, ਨਿਤ ਹੀ ਸ਼ੁਭ ਬਚਨ ਸਿੱਖਿਆ ਉਪਦੇਸ਼ ਬੋਲਦੇ ਹਨ। ਪਰ ਇਹ ਮਨ ਹੀ ਡੱਡੂ ਬਣਿਆ ਹੋਇਆ ਜੀਆਂ ਦਾ ਸਾਡਾ ਕਿਉਂ ਬੂਝਿਆ? ਕਿਵੇਂ ਬੁੱਝ ਸਮਝ ਸਕਦਾ ਹੈ ਉਸ ਉਪਦੇਸ਼ ਨੂੰ ਜਾਂ ਨਹੀਂ ਬੁਝਾਈ? ਜਦੋਂ ਵਾਹਿਗੁਰੂ ਇੰਨੀ ਸੋਝੀ ਨਹੀਂ ਪਾਈ, ਪਿਛਲੇ ਜਨਮਾਂ ਦੇ ਨਿਸ਼ਕਾਮ ਕਰਮ ਹੈ ਨਹੀਂ ਭਗਤੀ ਵਾਲੇ, ਤਾਂ ਵਾਹਿਗੁਰੂ ਨਹੀਂ ਬੁਝਾਉਂਦਾ, ਨਹੀਂ ਸਮਝ ਬਖਸ਼ਦਾ, ਤੇ ਇਹ ਜੀਵ ਕਿਵੇਂ ਬੁੱਝ ਸਕਦਾ? ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਜਦੋਂ ਤੱਕ ਇਹ ਮਨ ਮਾਇਆ ਵਿੱਚ ਰੰਗਿਆ ਹੋਇਆ ਹੈ,
ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਧਨ ਸੇ ਜੈ ਜਾਏ। ਇਸ ਪ੍ਰਕਾਰ ਦੀ ਹਾਲਤ ਹੈ। ਇਹ ਜਿਹੜਾ ਮਨ ਹੈ ਇਹ ਮਾਇਆ ਵਿੱਚ ਰਤਿਆ ਹੋਇਆ ਹੈ ਤੇ ਆਖਣ ਸੁਣਨਾ ਪਾਉਣ ਕੀ ਬਾਣੀ। ਉਦੋਂ ਤੱਕ ਜਿਹੜਾ ਆਖਣਾ ਤੇ ਕੁਝ ਸੁਣਨਾ ਹੈ ਗਿਆਨ ਧਿਆਨ, ਇਹ ਪਾਉਣ ਦੀ ਬਾਣੀ ਹੈ। ਪਾਉਣ ਹਵਾ ਦੇ ਬੁੱਲੇ ਵਾਂਗ ਹੈ। ਹਵਾ ਕੀ ਬਾਣੀ ਹੈ? ਭਾਵ ਸੁਣੇ ਤੇ ਆਖੇ ਬਚਨ ਹਵਾ 'ਚ ਰਲ ਗਏ। ਸੁਣ ਕੇ ਧਿਆਨ ਨਾਲ ਅੰਦਰ ਨਹੀਂ ਵਸਾਏ, ਕਮਾਈ ਨਹੀਂ ਕੀਤੀ, ਉਸ ਰਸਤੇ ਚੱਲੇ ਨਹੀਂ, ਮਨ ਤੇ ਰੰਗਿਆ ਹੋਇਆ ਮਾਇਆ ਵਿੱਚ। ਖਸਮ ਕੀ ਨਜ਼ਰ ਦਿਲੇ ਪਸੰਦੇ, ਜਿਨੀ ਕਰ ਏਕ ਧਿਆਇਆ। ਹਜੂਰ ਕਹਿੰਦੇ ਨੇ ਖਸਮ ਦੀ ਨਜ਼ਰ ਵਿੱਚ ਜਿਹੜੇ ਆ ਗਏ ਤੇ ਜਿਹੜੇ ਉਹਦੇ ਦਿਲ ਵਿੱਚ ਪਸੰਦ ਆ ਗਏ ਜੀਵ, ਜਿਨ੍ਹਾਂ ਦਾ ਮਨ ਰੰਗਿਆ ਗਿਆ ਨਾ, ਵਾਹਿਗੁਰੂ ਨਾਲ ਪ੍ਰੇਮ ਕੀਤਾ, ਮਨੋ ਹੋ ਗਏ, ਉਹ ਖਸਮ ਦੀ ਨਜ਼ਰ ਵਿੱਚ ਆ ਗਏ, ਮਿਹਰ ਦੀ ਨਜ਼ਰ ਵਿੱਚ, ਉਹਦੇ ਦਿਲ ਨੂੰ ਪਸੰਦ ਆ ਗਏ। ਕੌਣ? ਜਿਨੀ ਕਰ ਏਕ ਧਿਆਇਆ, ਜਿਨ੍ਹਾਂ ਨੇ ਇੱਕ ਪ੍ਰਮਾਤਮਾ ਵਿੱਚ ਇੱਕ ਧਿਆਨ ਇੱਕ ਚਿੱਤ ਹੋ ਕੇ ਜੋੜਿਆ, ਵਾਹਿਗੁਰੂ ਨੂੰ ਧਿਆਇਆ, ਸਿਮਰਿਆ। ਉਹ ਪ੍ਰਮਾਤਮਾ ਦੀ ਨਜ਼ਰ ਵਿੱਚ ਮਿਹਰ ਦੀ ਦ੍ਰਿਸ਼ਟੀ ਥੱਲੇ ਆਏ ਤੇ ਉਹਦੇ ਦਿਲ ਨੂੰ ਪਸੰਦ ਆ ਗਏ। 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਮਹਾਰਾਜ ਕਹਿ ਰਹੇ ਨੇ ਕਿਸੇ ਕਾਜੀ ਦੇ ਉੱਪਰ ਥਾਇਆ ਇਹ ਸ਼ਬਦ। ਤੇ ਹਜੂਰ ਕਹਿੰਦੇ 30 ਰੋਜ਼ੇ ਰੱਖੇ, 5 ਕਰ ਸਾਥੀ, 5 ਵਕਤ ਦੀ ਨਮਾਜ਼, ਇਹਨੂੰ ਸਾਥੀ ਬਣਾ ਲਿਆ ਆਪਣਾ, ਸਰੀਰਕ ਤੌਰ ਤੇ ਬਾਹਰੀ ਤੌਰ ਤੇ। ਨਾਉ ਸ਼ੈਤਾਨ ਮਤ ਕੱਟ ਜਾਈ, ਇਸ ਖਿਆਲ ਨਾਲ ਕਿ ਲੋਕ ਮੈਨੂੰ ਸ਼ੈਤਾਨ ਨਾ ਕਹਿਣ, ਸ਼ੈਤਾਨਾਂ ਵਿੱਚ ਨਾ ਗਿਣ। ਸੋ ਇਸ ਪ੍ਰਕਾਰ ਮਤਾ ਕਿਤੇ ਕੱਟਿਆ ਜਾਏ ਮੇਰੇ ਨਾਮ ਨਾਲੋਂ ਸ਼ੈਤਾਨ ਸ਼ਬਦ, ਇਸ ਵਾਸਤੇ ਬਾਹਰੀ ਤੌਰ ਤੇ ਤੰਜ ਕਰ ਲਿਆ, ਪਰ ਅੰਦਰੋਂ ਸ਼ੈਤਾਨ ਦਾ ਸ਼ੈਤਾਨ ਹੀ ਰਿਹਾ। ਦੂਸਰਾ ਅਰਥ ਇਹ ਵੀ ਹੈ ਭਈ ਬਾਹਰੀ ਤੌਰ ਤੇ 30 ਰੋਜ਼ੇ ਵੀ ਰੱਖ ਲਏ, 5 ਵਕਤ ਦੀ ਨਮਾਜ਼ ਵੀ, ਤੇ ਮਤ ਸਮਝ ਕਿ ਤੇਰੇ ਨਾਮ ਨਾਲੋਂ ਸ਼ੈਤਾਨ ਅੱਖਰ ਕੱਟਿਆ ਜਾਏਗਾ। ਤੀਜਾ ਅਰਥ ਹੈ ਨਾਉ ਸ਼ੈਤਾਨ ਮਤ ਕੱਟ ਜਾਈ, ਕਿ ਕਿਤੇ ਸ਼ੈਤਾਨ ਜਿਹੜਾ ਇੱਕ ਫਰਿਸ਼ਤਾ ਹੁੰਦਾ, ਇੱਕ ਸ਼ੈਤਾਨ ਹੁੰਦਾ, ਉਹ ਮੈਨੂੰ ਕੱਟ ਨਾ ਜਾਏ, ਭਾਵ ਦੁਖੀ ਨਾ ਕਰੇ। ਹਜੂਰ ਕਹਿੰਦੇ ਨੇ ਇੰਜ ਨਹੀਂ ਗੱਲ ਬਣਨੀ। ਨਾਨਕ ਆਖਿਆ ਰਾਹੇ ਪੈ ਚੱਲਣਾ, ਮਾਲ ਧਨ ਕਿਤਕੂ ਸੰਜਿਆਹੀ। ਹਜੂਰ ਕਹਿੰਦੇ ਨੇ ਕਿ ਜਿਹੜਾ ਰਾਹ ਹੈ ਨਾ ਪਰਮੇਸ਼ਰ ਦੀ ਦਰਗਾਹ ਦਾ, ਉਹ ਹੈ ਦਿਲੋਂ ਬੰਦਗੀ ਕਰਨੀ। ਉਸ ਰਾਹ ਤੇ ਪੈ ਕੇ ਚੱਲਣਾ ਹੋਵੇ ਤੇ ਤਾਂ ਗੱਲ ਬਣੇਗੀ। ਦੂਜਾ ਅਰਥ ਹੈ ਵੀ ਉਹ ਜਿਹੜਾ ਪ੍ਰਲੋਕ ਦਾ ਰਾਹ ਹੈ ਅੰਤ ਨੂੰ, ਉਸ ਰਾਹ ਤੇ ਪੈ ਕੇ ਚੱਲਣਾ ਹੀ ਪੈਣਾ, ਜਾਣਾ ਹੀ ਪੈਣਾ। ਤੇ ਮਾਲ ਧਨ ਜਿਹੜਾ ਤੂੰ ਸੰਜਿਆ ਇਕੱਠਾ ਕੀਤਾ, ਮਨ ਇਹਦੇ ਵਿੱਚ ਰਿਹਾ, ਤੇ ਬਾਹਰੀ ਤੌਰ ਤੇ ਤੂੰ ਕਾਜੀ ਬਣ ਗਿਆ ਜਾਂ 5 ਵਕਤ ਦਾ ਨਮਾਜ਼ੀ ਤੇ ਰੋਜ਼ੇ ਰੱਖਣ ਵਾਲਾ, ਤੇ ਇਹ ਖਿਆਲ ਹੀ ਨਹੀਂ ਕੀਤਾ ਵੀ ਮਾਲ ਧਨ ਜਿਹੜਾ ਮੈਂ ਸੰਜਿਆ ਇਕੱਠਾ ਕਰੀ ਜਾਂਦਾ, ਇਹ ਕਾਹਦੇ ਵਾਸਤੇ? ਮਾਲ ਧਨ ਕਿਤਕੂ ਸੰਜਿਆ ਹੀ, ਕਾਹਦੇ ਵਾਸਤੇ ਮਾਲ ਧਨ ਇਕੱਠਾ ਕੀਤਾ? ਇਹ ਤਾਂ ਨਾਲ ਨਹੀਂ ਜਾਣਾ। ਇਹ ਤਾਂ ਇੱਕ ਸਮਾਂ ਆਉਣਾ ਫਿਰ ਰਾਹੇ ਪੈ ਕੇ ਚੱਲ ਪੈਣਾ ਵਾਹਿਗੁਰੂ ਦੇ ਦਰ ਵੱਲ ਨੂੰ ਲੇਖਾ ਦੇਣ ਲਈ ਕਰਮਾਂ ਦਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਅਗਲਾ ਸ਼ਬਦ ਚੌਥੇ ਘਰ ਸੁਰਤਾਲ ਅੰਦਰ ਉਚਾਰਨ ਕਰਦੇ ਹਨ ਸਤਿਗੁਰੂ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ। ਵੀ ਕਿਸੇ ਕਾਜੀ ਤੇ ਮੁਲਾਣੇ ਦੇ ਪ੍ਰਥਾਏ ਸ਼ਬਦ ਆ, ਉਹਨੂੰ ਮੁਖਾਤਬ ਹੋ ਕੇ ਸਤਿਗੁਰੂ ਸਾਰੇ ਸੰਸਾਰ ਲਈ ਸਾਂਝੀ ਸਿੱਖਿਆ ਦੇ ਰਹੇ ਨੇ। ਉਹੀ ਮੌਲਾ ਪਰਮਾਤਮਾ ਅਕਾਲ ਪੁਰਖ ਹੈ, ਜਿਨ ਜਗ ਮੌਲਿਆ, ਜਿਹਨੇ ਸਾਰਾ ਜਗਤ ਮੌਲਿਆ, ਪ੍ਰਫੁੱਲਤ ਕੀਤਾ ਹੈ। ਹਰਿਆ ਕੀਆ ਸੰਸਾਰੋ, ਸਾਰੇ ਸੰਸਾਰ ਨੂੰ ਜਿਹਨੇ ਸਰ ਸਬਜ਼ ਕੀਤਾ ਹੋਇਆ, ਹਰਿਆ ਭਰਿਆ ਕੀਤਾ ਹੋਇਆ, ਤਾਂ ਹੀ ਜੀਵਨ ਹੈ। ਆਬ ਖਾਕ ਜਿਨ ਬੰਦ ਰਹਾਈ, ਆਬ ਪਾਣੀ ਤੇ ਖਾਕ ਮਿੱਟੀ। ਪਾਣੀ 9 ਹਿੱਸੇ ਤੇ 1 ਹਿੱਸਾ ਮਿੱਟੀ, 10ਵਾਂ ਹਿੱਸਾ ਮਿੱਟੀ ਹੈ ਸਾਰੀ ਧਰਤੀ ਜੋ ਹੈ। ਉਂਝ ਪ੍ਰਤੱਖ ਤੌਰ ਤੇ ਪਾਣੀ 3 ਹਿੱਸੇ ਸਮੁੰਦਰ, ਚੌਥਾ ਹਿੱਸਾ ਧਰਤੀ ਹੈ, ਪਰ ਧਰਤੀ ਦੇ ਵਿੱਚ ਵੀ ਪਾਣੀ ਸਮਾਇਆ ਹੋਇਆ, ਇਸ ਕਰਕੇ ਕੁੱਲ ਜਿਹੜਾ ਪਾਣੀ 9 ਹਿੱਸੇ ਤੇ 10ਵੇਂ ਹਿੱਸਾ ਧਰਤੀ ਮਿੱਟੀ ਮੰਨੀ ਗਈ ਹੈ। ਹਜੂਰ ਕਹਿੰਦੇ ਨੇ ਇੱਕ ਦੂਜੇ ਦੇ ਵਿਰੋਧੀ ਤੱਤ ਨੇ, ਫਿਰ ਵੀ ਆਪ ਤੇ ਖਾਕ ਨੂੰ, ਪਾਣੀ ਤੇ ਮਿੱਟੀ ਨੂੰ ਬੰਨ੍ਹ ਕੇ ਰੱਖਿਆ ਪਰਮਾਤਮਾ ਨੇ। ਧਨ ਸਿਰਜਣਹਾਰੋ, ਸਿਰਜਣਹਾਰ ਅਕਾਲ ਪੁਰਖ ਪਰਮਾਤਮਾ ਰਚਨਾ ਕਰਨ ਵਾਲਾ ਧਨ ਹੈ, ਸਲਾਉਣ ਯੋਗ ਹੈ। ਮਰਨਾ ਮੁੱਲਾ ਮਰਨਾ, ਮਰ ਜਾਣਾ ਸੰਸਾਰ ਤੋਂ, ਹੈ ਮੁੱਲਾ ਜੀ ਮਰ ਜਾਣਾ ਹੈ। ਭੀ ਕਰਤਾਰ ਹੋਂ ਡਰਨਾ, ਇਸ ਕਰਕੇ ਕਰਤਾਰ ਵਾਹਿਗੁਰੂ ਜਿਸ ਨੇ ਸਾਨੂੰ ਜੀਵਨ ਦਿੱਤਾ, ਜਿਸ ਦੇ ਹੱਥ ਵਿੱਚ ਸਾਡੀ ਮੌਤ ਹੈ,
ਨਾ ਜਨਮ ਸਾਡੇ ਵੱਸ ਵਿੱਚ ਹੈ, ਨਾ ਜਿਉਂਦੇ ਰਹਿਣਾ ਵੱਸ ਵਿੱਚ ਹੈ, ਨਾ ਮਰਨਾ ਸਾਡੇ ਹੱਥ ਵਿੱਚ ਹੈ। ਕਰਤਾਰ ਪ੍ਰਮਾਤਮਾ ਅਕਾਲ ਪੁਰਖ ਤੋਂ ਫਿਰ ਡਰਨਾ ਚਾਹੀਦਾ ਜ਼ਰੂਰ ਪਰ ਜ਼ਰੂਰ। ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣਹਿ ਨਾਮ ਖੁਦਾਈ। ਤਾਂ ਹੀ ਤੂੰ ਮੁੱਲਾ ਪ੍ਰਵਾਨ ਹੋਵੇਗਾ, ਤਾਂ ਹੀ ਤੂੰ ਕਾਜੀ ਸਮਝਿਆ ਜਾਏਗਾ ਜੇ ਖੁਦਾ ਦੇ ਨਾਮ ਦੀ ਅਹਿਮੀਅਤ ਨੂੰ ਤੂੰ ਜਾਣ ਲਵੇ ਤਾਂ। ਜੇ ਬਹੁ ਤੇਰਾ ਪੜ੍ਹਿਆ ਹੋ ਵਹਿ ਕੋ ਰਹਿ ਨਾ ਭਰੀਐ ਪਾਈ। ਜੇ ਬਹੁਤ ਜ਼ਿਆਦਾ ਕਿਤਾਬਾਂ ਗ੍ਰੰਥ ਵੀ ਪੜ੍ਹੇ ਹੋਏ ਹੋਣ ਕਿਸੇ ਨੇ, ਜੇ ਤੂੰ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਹੋਵੇਗਾ ਤਾਂ ਕੋਈ ਵੀ ਇਸ ਦੁਨੀਆ 'ਤੇ ਨਹੀਂ ਰਹਿੰਦਾ ਜਿਵੇਂ ਪਾਈ ਭਰ ਜਾਂਦੀ ਹੈ। ਪੁਰਾਣੇ ਸਮਿਆਂ 'ਚ ਪੰਨ ਘੜੀ ਉਹਦੇ ਛੇਕ ਹੁੰਦਾ ਸੀ, ਇਸ ਪ੍ਰਕਾਰ ਪਾਣੀ 'ਚ ਰੱਖੀ ਹੁੰਦੀ ਸੀ ਅਤੇ ਫਿਰ ਪਾਣੀ 'ਚ ਡੁੱਬ ਜਾਂਦੀ ਸੀ। ਇਹ ਘੜੀ ਸਮੇਂ ਨੂੰ ਨਾਪਣ ਤੋਲਣ ਵਾਸਤੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ। ਜਾਨੀ ਪਿਆਰਾ ਜਿਹੜਾ ਅਸੀਂ ਅੱਗੇ ਲਾ ਕੇ ਤੋਰ ਲਿਆ, ਜਦੋਂ ਮੋਹਲਤ ਪੁੱਗ ਗਈ ਪਾਈ ਭਰ ਗਈ। ਜਦੋਂ ਪ੍ਰਾਣ ਪੂਰੇ ਹੁੰਦੇ, ਸਵਾਸ ਮੁੱਕ ਜਾਂਦੇ ਨੇ, ਕਹਿੰਦੇ ਹੁਣ ਪਾਈ ਭਰ ਗਈ ਹੈ, ਭਾਵ ਉਮਰ ਪੁੱਗ ਗਈ ਹੈ। ਉਮਰ ਪੁੱਗੀ ਤੇ ਕੋਈ ਵੀ ਇਸ ਦੁਨੀਆ 'ਤੇ ਰਹੇਗਾ ਨਹੀਂ। ਸੋਈ ਕਾਜੀ ਜਿਹਨੇ ਆਪ ਤਜਿਆ। ਹਜ਼ੂਰ ਕਹਿੰਦੇ ਭਾਈ ਅਸੀਂ ਤਾਂ ਉਸ ਨੂੰ ਸਹੀ ਅਸਲੀ ਕਾਜੀ ਮੰਨਦੇ ਹਾਂ ਜਿਹਨੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਛੱਡ ਦਿੱਤਾ ਹੈ। ਇੱਕ ਨਾਮ ਕੀਆ ਆਧਾਰੋ, ਇੱਕ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਪ੍ਰਾਣਾਂ ਦਾ ਆਧਾਰ, ਸਵਾਸਾਂ ਦਾ ਆਧਾਰ, ਹਿਰਦੇ ਦਾ ਆਸਰਾ ਬਣਾਇਆ ਹੈ। ਵੀ ਹੋਸੀ ਜਾਏ ਨਾ ਜਾਸੀ ਹੈ ਪ੍ਰਮਾਤਮਾ ਅੱਜ ਵੀ, ਭੀ ਬੜੋ ਪਿੱਛੇ ਵੀ ਸੀ, ਹੋਸੀ ਆਉਣ ਵਾਲੇ ਸਮੇਂ 'ਚ ਵੀ ਹੋਏਗਾ। ਜਾਏ ਨਾ ਜਾਸੀ, ਨਾ ਜਨਮ ਹੁੰਦਾ ਉਸਦਾ, ਨਾ ਕਿਸ ਦਾ ਜਾਇਆ ਹੋਇਆ ਪੈਦਾ ਕੀਤਾ, ਨਾ ਜਾਸੀ, ਨਾ ਮਰੇਗਾ ਜੀ। ਸੱਚਾ ਸਿਰਜਣਹਾਰੋ, ਨਾ ਕਿਤੇ ਜਾਂਦਾ ਨਾ ਜਾਵੇਗਾ, ਉਹ ਸੱਚ ਸਰੂਪ ਹੈ ਸਿਰਜਣਹਾਰ, ਸ੍ਰਿਸ਼ਟੀ ਨੂੰ ਪਾਲਣ ਰਚਣ ਵਾਲਾ। ਪੰਜ ਵਕਤ ਨਿਵਾਜ ਗੁਜ਼ਾਰਹਿ ਪੜ੍ਹੈ ਕਤੇਬ ਕੁਰਾਣਾ। ਹੇ ਕਾਜੀ ਸਾਹਿਬ ਤੁਸੀਂ 5 ਵੇਲੇ ਨਵਾਜ਼ ਗੁਜ਼ਾਰਦੇ ਹੋ ਅਤੇ ਕਤੇਬਾਂ ਅਤੇ ਕੁਰਾਨ ਸ਼ਰੀਫ ਆਦਿਕ ਕਤੇਬਾਂ ਨੂੰ ਪੜ੍ਹਦੇ ਹੋ। ਨਾਨਕ ਆਖੈ ਗੋਰ ਸੱਦੇਈ ਰਹਿਓ ਪੀਣਾ ਖਾਣਾ। ਹਜ਼ੂਰ ਕਹਿੰਦੇ ਨੇ ਗੋਰ ਕਬਰ ਜਿਹੜੀ ਆ ਨਾ, ਇਹ ਸਦੇਈ ਆਵਾਜ਼ਾਂ ਮਾਰਦੀ। ਜਿਵੇਂ ਫਰੀਦ ਨੇ ਕਿਹਾ, ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਕਰਿਆ ਘਰ ਆਓ, ਸਰਪੁਰ ਮੈਥਾ ਆਵਣਾ ਮਰਨੋਂ ਨਾ ਡਰਿਆਓ। ਹੇ ਫਰੀਦ ਜੀ, ਨਿਮਾਣੀ ਨੀਵੀਂ ਜਿਹੜੀ ਕਬਰ ਹੈ ਛੱਡ ਕਰੇ, ਸੱਦ ਕਰਦੀ ਆਵਾਜ਼ਾਂ ਦਿੰਦੀ ਪਈ ਹੈ। ਹੇ ਜੀਵ, ਬੜੇ ਭਾਵੇਂ ਤੂੰ ਮਹੱਲ ਮੰਡੂਏ ਬੰਗਲੇ ਕੋਠੀਆਂ ਬਣਾਈਆਂ ਹਨ, ਪਰ ਘਰ ਨਹੀਂ ਤੇਰਾ ਕੋਈ, ਤੂੰ ਹੈ ਤਾਂ ਨਿਕਰਾ ਹੀ। ਅਤੇ ਮੈਂ ਕਬਰ ਰੂਪੀ ਥਾਂ ਦੇ ਵਿੱਚ, ਇਸ ਘਰ ਵਿੱਚ ਤੂੰ ਆਉਣਾ ਹੀ ਆਉਣਾ। ਸਰਪਰ ਮੈਂ ਥਾਂ ਆਉਣਾ, ਮੇਰੇ ਇਸ ਕਬਰ ਰੂਪੀ ਥਾਂ 'ਚ ਤੂੰ ਸਰਪਰ ਜ਼ਰੂਰ ਬਰ ਜ਼ਰੂਰ ਜਦੋਂ ਕਦੋਂ ਉਮਰ ਪੁੱਗਣ 'ਤੇ ਆਉਣਾ ਹੀ ਹੈ। ਮਰਨੋਂ ਨਾ ਡਰਿਆ, ਮਰਨ ਤੋਂ ਨਾ ਡਰ, ਇਹ ਤਾਂ ਇੰਜ ਵਾਪਰਨਾ ਹੀ ਹੈ। ਹਜ਼ੂਰ ਇੱਥੇ ਵੀ ਕਹਿ ਰਹੇ ਨੇ, ਸਤਿਗੁਰੂ ਕਹਿੰਦੇ ਅਸੀਂ ਆਖਦੇ ਹਾਂ ਵੀ ਗੋਰ ਸੱਦਦੀ ਪਈ ਆ, ਗੋਰ ਕਬਰ ਰਹਿਓ ਪੀਣਾ ਖਾਣਾ। ਉਦੋਂ ਫਿਰ ਖਾਣਾ ਪੀਣਾ ਸਭ ਮੁੱਕ ਜਾਏਗਾ। ਜਦੋਂ ਕਬਰ ਚਲਾ ਗਿਆ, ਨਾ ਪੀਣਾ ਕੁਛ ਨਾ ਖਾਣਾ, ਖਾਣ ਪੀਣ ਵੱਲੋਂ ਰਹਿ ਜਾਏਗਾ, ਖਾਣਾ ਪੀਣਾ ਮੁੱਕ ਜਾਏਗਾ, ਨਹੀਂ ਕੁਛ ਰਹੇਗਾ ਪੱਲੇ। ਜੋ ਸਤਿਗੁਰੂ ਮਹਾਰਾਜ ਜੀ ਨੇ ਨਮਾਜ਼ਾਂ ਅਦਾ ਕਰਨੀਆਂ ਦੱਸੀਆਂ ਹਨ, ਉਹ ਤਾਂ ਹਜ਼ੂਰ ਨੇ ਇੰਝ ਕਿਹਾ ਹੈ ਕਿ 5 ਵੇਲੇ ਕਿਹੜੇ ਹਨ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, 5ਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸੁਦਾਏ। ਹਜ਼ੂਰ ਕਹਿੰਦੇ ਨੇ ਪਹਿਲਾ ਤਾਂ ਸੱਚ ਨੂੰ ਧਾਰਨ ਕਰਨਾ, ਇਹ ਪਹਿਲਾ ਵੇਲਾ। ਹਲਾਲ ਹੱਕ, ਹਲਾਲ ਬਖੋਰੋ ਖਾਣਾ, ਆਪਣੇ ਹੱਕ ਦਾ ਖਾਣਾ। ਸੋ ਇਸ ਪ੍ਰਕਾਰ ਸੱਚੀ ਕਿਰਤ ਕਰਨੀ, ਸੁੱਚੀ ਕਿਰਤ ਕਰਕੇ ਖਾਣਾ। ਤੀਜਾ ਖੈਰ ਖੁਦਾਏ, ਤੀਜੀ ਖੁਦਾ ਦੇ ਦਰ ਤੋਂ ਸਭ ਦੀ ਖੈਰਤ, ਖੈਰ ਮੰਗਣੀ, ਭਲਾ ਮੰਗਣਾ, ਜਿਵੇਂ ਗੁਰਸਿੱਖ ਸਰਬੱਤ ਦਾ ਭਲਾ ਅਰਦਾਸੇ 'ਚ ਮੰਗਦੇ ਨੇ। ਚੌਥੀ ਨੀਅਤ ਰਾਸ ਮਨ, ਆਪਣੇ ਮਨ ਦੀ ਰਾਸ ਨੀਅਤ ਜਿਹੜੀ ਆ ਸੱਚਾਈ ਵਾਲੀ ਬਣਾਉਣੀ। 5ਵੀਂ ਸਿਫਤ ਸੁਨਾਏ, 5ਵੀਂ ਪ੍ਰਮਾਤਮਾ ਦੀ ਸਿਫਤ ਵਡਿਆਈ ਉਪਮਾ ਕਰਨੀ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸੁਦਾਏ। ਮਿਹਰ ਮਸੀਤ, ਇੰਝ ਵੀ ਕਿਹਾ ਹਜ਼ੂਰ ਨੇ, ਮਿਹਰ ਜਿਹੜੀ ਕਰਨੀ ਸਭ ਤੇ ਦਇਆ ਕਰਨੀ। ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ ਸੀਲ ਰੋਜ਼ਾ, ਹੋ ਮੁਸਲਮਾਨ।
ਇਸ ਪ੍ਰਕਾਰ ਦਾ ਉਪਦੇਸ਼ ਸੱਚੇ ਪਾਤਸ਼ਾਹ ਨੇ ਸਭ ਲਈ ਸਾਂਝਾ ਦਿੱਤਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਚੌਥੇ ਘਰ ਸੁਰ ਤਾਲ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸ਼ਬਦ ਗਾਇਨ ਕਰਨ ਦੀ ਆਗਿਆ ਕਰ ਰਹੇ ਨੇ। ਇਹ ਸ਼ਬਦ ਬਾਰੇ ਜਨਮ ਸਾਖੀ ਵਿੱਚ ਵੀ ਲਿਖਿਆ ਹੋਇਆ ਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ਭਾਵ ਨਾਨਕ ਪ੍ਰਕਾਸ਼ ਵਿੱਚ ਵੀ ਬਚਨ ਲਿਖੇ ਨੇ ਕਿ ਸਤਿਗੁਰੂ ਜੀ ਨੇ ਸਿੱਖਾਂ ਦੀ ਪਰਖ ਕਰਨ ਵਾਸਤੇ ਆਪਣੇ ਸਰੀਰ ਦੇ ਉੱਪਰ ਰੱਸੀਆਂ ਲਪੇਟ ਲਈਆਂ ਤੇ ਕੁਝ ਕੁੱਤੀਆਂ ਕੁੱਤੇ ਮਗਰ ਲਾ ਲਏ, ਲੱਸੀ ਦੇ ਛਿੱਟੇ ਉੱਪਰ ਪਾ ਲਏ ਤੇ ਜਿਵੇਂ ਧਾਨਕ ਸਾਂਸੀਆਂ ਵਾਲਾ ਰੂਪ ਆ ਇਹ ਧਾਰ ਲਿਆ, ਸ਼ਿਕਾਰੀਆਂ ਇਹ ਵਾਲਾ, ਤੇ ਹੱਥ 'ਚ ਸੋਟਾ ਫੜਿਆ ਹੋਇਆ ਸੀ, ਜਿਹੜਾ ਮਗਰ ਉਹਨਾਂ ਨੂੰ ਸੋਟਾ ਮਾਰਦੇ ਸੀ। ਕਹਿੰਦੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਰਹੁ ਵਿਚਾਰੇ ਤਾਂ ਉਥਾਨਕਾ ਹੈ, ਪਰ ਸ਼ਬਦ ਦੇ ਅਰਥ ਇੰਜ ਨੇ, ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਲੋਭ ਰੂਪੀ ਕੁੱਤਾ ਹੈ ਮੇਰੇ ਪਾਸ ਤੇ ਦੋ ਕੁੱਤੀਆਂ ਆਸਾ ਤੇ ਤ੍ਰਿਸ਼ਨਾ ਇਹ ਸਾਡੇ ਨਾਲ। ਭਲਕੇ ਭੌਂਕੈ ਸਦਾ ਬਿਆਲ, ਸਵੇਰੇ ਹੀ ਉੱਠ ਕੇ, ਰੋਜ਼ ਹੀ ਸਵੇਰੇ ਸਵੇਰੇ ਉੱਠ ਕੇ ਇਹ ਭੌਂਕਣ ਲੱਗ ਜਾਂਦੀਆਂ ਹਨ। ਕੁੱਤਾ ਵੀ ਭੌਂਕਦਾ, ਲੋਭ ਦਾ, ਆਸਾ ਤ੍ਰਿਸ਼ਨਾ ਵੀ ਭੌਂਕਦੀਆਂ। ਕੂੜ ਛੁਰਾ ਮੁੱਠਾ ਮੁਰਦਾਰ, ਝੂਠ ਰੂਪੀ ਛੁਰਾ ਹੈ ਪਾਸ, ਤੇ ਮੁੱਠਾ ਜਿਹੜਾ ਠੱਗ ਕੇ ਖਾਧਾ ਪਦਾਰਥ ਝੂਠ ਬੋਲ ਕੇ ਇਹ ਮੁਰਦਾਰ ਮੁਰਦਾ ਮਾਸ ਖਾਣ ਵਾਂਗ। ਧਾਨਕ ਰੂਪ ਰਹਾ ਕਰਤਾਰ, ਹੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜਾ ਧਾਨਕ ਸਾਂਸੀਆਂ ਵਾਲਾ ਰੂਪ ਹੈ ਮੇਰੀ ਇਹੋ ਜਿਹੀ ਕਰਤੂਤ ਹੈ। ਇਹ ਸਤਿਗੁਰੂ ਮਹਾਰਾਜ ਸਾਡੇ ਵੱਲੋਂ ਬਚਨ ਕਰ ਰਿਹਾ। ਮੈਂ ਪੱਤ ਕੀ ਪੰਦ ਨਾ ਕਰਨੀ ਕੀ ਕਾਰ, ਪੰਦ ਮੈਨੇ ਸਿੱਖਿਆ ਨਸੀਹਤ, ਮੈਨੂੰ ਪੱਤ ਇੱਜ਼ਤ ਵਾਲੀ ਪੰਦ ਨਾ ਮੇਰੇ 'ਚ, ਮੈਨੂੰ ਨਸੀਹਤ ਨਹੀਂ ਮਿਲੀ, ਮੇਰੇ 'ਚ ਸਿੱਖਿਆ ਹੈ ਨਹੀਂ। ਕਰਨੀ ਕੀ ਕਾਰ, ਤੇ ਮੇਰੀ ਕਰਨੀ ਕਾਰ ਕਿਹੋ ਜਿਹੀ ਹੋ ਸਕਦੀ ਹੈ, ਮੈਂ ਕੀ ਕਾਰ ਕਰਨੀ ਹੋਈ। ਜਾਂ ਪੱਤ ਕੀ ਪੰਦ ਨਾ ਕਰਨੀ ਕੀ ਕਾਰ, ਦਿੱਲੀ ਦੀਪਕ ਜਾਣ ਕੇ ਨੰਨੇ ਨੂੰ, ਮੈਂ ਪੱਤ ਕੀ ਪੰਦ ਨਾ ਕਰਨੀ ਕੀ ਕਾਰ। ਸੋ ਇਸ ਪ੍ਰਕਾਰ ਨਾ ਤਾਂ ਮੈਨੂੰ ਨਸੀਹਤ ਪ੍ਰਾਪਤ ਹੋਈ ਹੈ, ਪਤ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਸਿੱਖਿਆ ਹੀ ਮੇਰੇ ਪਾਸ ਹੈ, ਤੇ ਨਾ ਸ਼ੁਭ ਕਰਨੀ ਦੀ ਕਾਰ ਮੈਂ ਕਰਦਾ ਹਾਂ। ਸ਼ੁਭ ਕਰਮ ਕਰਤੱਵ ਜਿਹੜੇ ਹਨ ਉਹੋ ਜਿਹੀ ਕਰਤੂਤ ਮੈਂ ਨਹੀਂ ਕਰਦਾ। ਹਉ ਬਿਗੜਾ ਰੂਪ ਰਹਾ ਬਿਕਰਾਲ, ਹੇ ਵਾਹਿਗੁਰੂ ਮੈਂ ਬਿਗੜੇ ਹੋਏ ਰੂਪ ਵਾਲਾ ਬਿਕਰਾਲ ਡਰਾਉਣਾ ਭਿਆਨਕ ਜਿਹਾ ਬਣ ਕੇ ਰਹਿੰਦਾ ਹਾਂ। ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਇੱਕ ਨਾਮ ਹੀ ਹੈ ਜੋ ਸਾਰੇ ਸੰਸਾਰ ਨੂੰ ਤਾਰਦਾ। ਮੈਂ ਇਹਾ ਆਸ ਇਹੋ ਆਧਾਰ, ਮੈਨੂੰ ਵੀ ਇਹੋ ਹੀ ਆਸ ਹੈ ਤੇਰੇ ਨਾਮ ਦੀ, ਤੇ ਇਹੋ ਹੀ ਮੇਰਾ ਆਸਰਾ ਹੈ। ਰਹਾਓ ਮੁਖ ਨਿੰਦਾ ਆਖਾਂ ਦਿਨ ਰਾਤ, ਮੇਰੀ ਇਹੋ ਜਿਹੀ ਕਰਤੂਤ ਹੈ ਕਿ ਮੁਖ ਤੋਂ ਦਿਨੇ ਰਾਤ ਮੈਂ ਹੋਰਨਾਂ ਦੀ ਨਿੰਦਾ ਕਰੀ ਜਾਂਦਾ। ਪਰ ਘਰ ਜੋ ਹੀ ਨੀਚ ਸਨਾਤ, ਪਰਾਏ ਘਰਾਂ ਨੂੰ ਜਿਉਣਾ ਤਾੜਨਾ ਤੱਕਣਾ, ਇਹ ਸਨਾਤ ਨੀਚ ਜਾਤ ਹੈ ਮੇਰੀ ਇਹੋ ਜਿਹੀ। ਜਿਵੇਂ ਨੀਚ ਹੁੰਦੇ ਨੇ ਸਨਾਤ ਨੀਵੀਂ ਜਾਤ ਦੇ, ਅਤ ਨੀਵੀਂ ਜਾਤ ਦੇ, ਉਹੋ ਜਿਹਾ ਮੈਂ ਕਰਮਾਂ ਕਰਕੇ। ਕਾਮ ਕ੍ਰੋਧ ਤਨ ਵਸੈ ਚੰਡਾਲ, ਕਾਮ ਤੇ ਕ੍ਰੋਧ ਇਹ ਚੰਡਾਲ ਬਣ ਕੇ ਮੇਰੇ ਸਰੀਰ ਦੇ ਅੰਦਰ ਭਾਵ ਹਿਰਦੇ ਦੇ ਅੰਦਰ ਵਸ ਰਹੇ ਨੇ। ਧਾਨਕ ਰੂਪ ਰਹਾ ਕਰਤਾਰ, ਹੇ ਕਰਤਾਰ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਧਾਨਕ ਸਾਂਸੀਆਂ ਵਾਲਾ ਸ਼ਿਕਾਰੀਆਂ ਵਾਲਾ ਰੂਪ ਧਾਰ ਕੇ ਰਹਿੰਦਾ ਹਾਂ, ਦੁਨੀਆ ਤੇ ਤੁਰਿਆ ਫਿਰਦਾ ਵਿਚਰਦਾ ਹਾਂ। ਫਾਹੀ ਸੁਰਤ ਮਲੂਕੀ ਵੇਸ, ਮੇਰੀ ਸੁਰਤ ਜਿਹੜੀ ਆ ਨਾ ਇਹ ਤਾਂ ਫਾਹੀ ਬਣੀ ਹੋਈ ਹੈ, ਹੋਰਨਾਂ ਨੂੰ ਫਾਉਣ ਵਾਲੀ। ਸੁਰਤ ਦੇ ਅੰਦਰ ਫਾਹੀਆਂ ਹਨ, ਮਲੂਕੀ ਵੇਸ, ਤੇ ਬਾਹਰੋਂ ਬੜਾ ਸੋਹਣਾ ਲਿਬਾਸ ਮੈਂ ਧਾਰਨ ਕੀਤਾ ਹੋਇਆ। ਹਉ ਠਗਵਾੜਾ ਠਗੀ ਦੇਸ, ਮੈਂ ਠਗਵਾੜਾ ਬਟਵਾੜਾ ਠੱਗਣ ਵਾਲਾ ਠੱਗ, ਸਾਰੇ ਦੇਸ਼ ਵੀ ਠੱਗਦਾ ਫਿਰਦਾ ਲੋਕਾਂ ਨੂੰ। ਖਰਾ ਸਿਆਣਾ ਬਹੁਤਾ ਭਾਰ, ਤੇ ਬਹੁਤ ਜ਼ਿਆਦਾ ਸਿਆਣਾ ਆਪਣੇ ਆਪ ਨੂੰ ਸਮਝਦਾ ਹਾਂ, ਪਰ ਭਾਰ ਬਹੁਤਾ ਚੜ੍ਹ ਗਿਆ ਸਿਰ ਤੇ ਮਾੜੇ ਕਰਮਾਂ ਦਾ, ਪਾਪਾਂ ਦਾ। ਧਾਨਕ ਰੂਪ ਰਹਾ ਕਰਤਾਰ, ਹੇ ਕਰਤਾਰ ਵਾਹਿਗੁਰੂ ਜੀ, ਮੈਂ ਧਾਨਕ ਸਾਂਸੀਆਂ ਵਾਲਾ ਰੂਪ ਧਾਰਨ ਕੀਤਾ ਹੋਇਆ। ਇਸ ਤਰ੍ਹਾਂ ਦੀ ਅਵਸਥਾ 'ਚ ਮੈਂ ਰਹਿੰਦਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਰਾਮ ਖੋਰ, ਹਰਾਮ ਦਾ ਖਾਣਾ ਖਾਣ ਵਾਲਾ। ਸੋ ਇਸ ਪ੍ਰਕਾਰ ਵਾਹਿਗੁਰੂ ਨੂੰ ਭੁਲਾ ਦੇਣ ਵਾਲਾ। ਮੈਂ ਤੇਰੇ ਕੀਤੇ ਨੂੰ ਜਾਣਿਆ ਹੀ ਕੁਛ ਨਹੀਂ, ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਜੋ ਕੀਤੋ, ਜਿਵੇਂ ਵਚਨ ਹਨ। ਤੇਰੇ ਕੀਤੇ ਉਪਕਾਰਾਂ ਨੂੰ, ਤੇਰੇ ਕੀਤੇ ਮਹਾਨ ਕਰਤੱਵਾਂ ਨੂੰ ਮੈਂ ਕੁਛ ਜਾਣਿਆ ਹੀ ਨਹੀਂ, ਹਰਾਮ ਖੋਰ ਬਣ ਗਿਆ। ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਕੀ ਮੂੰਹ ਦੇਵਾਂ, ਮੈਂ ਦੁਸ਼ਟ ਤੇ ਚੋਰ ਹਾਂ। ਨਾਨਕ ਨੀਚ ਕਹਿ ਵਿਚਾਰ,
ਧਾਨਕ ਰੂਪ ਰਹਾ ਕਰਤਾਰ। ਸਤਿਗੁਰੂ ਮਹਾਰਾਜ ਬਹੁਤ ਅਤ ਨਿਮਰਤਾ ਸਹਿਤ ਸਾਡੇ ਵੱਲੋਂ ਬੇਨਤੀ ਕਰ ਰਹੇ ਨੇ ਭਈ ਮੈਂ ਨੀਚ ਬਣ ਕੇ ਇਹ ਵਿਚਾਰ ਕਹਿੰਦਾ ਹਾਂ, ਕਥਨ ਕਰਦਾ ਹਾਂ, ਧਾਨਕ ਰੂਪ ਰਹਾ ਕਰਤਾਰ। ਹੇ ਵਾਹਿਗੁਰੂ, ਮੈਂ ਤਾਂ ਧਾਨਕ ਸਾਹਸੀਆਂ ਵਾਲਾ ਰੂਪ ਧਾਰ ਕੇ ਭਾਵ ਕਰਨੀ ਕਰਤੂਤ ਕਰਤੱਵ ਮੇਰੇ ਇਹੋ ਜਿਹੇ ਨੇ। ਮੈਂ ਸ਼ਿਕਾਰੀ ਬਣ ਕੇ, ਸਾਹਸੀ ਬਣ ਕੇ ਸੰਸਾਰ 'ਚ ਰਹਿ ਰਿਹਾ। ਹੈ ਕਰਤਾਰ ਵਾਹਿਗੁਰੂ ਜੀ। ਇੱਥੋਂ ਤੱਕ ਇਹ ਸਤਿਗੁਰੂ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਕੁਝ ਸ਼ਬਦਾਂ ਦੀ ਵਿਚਾਰ ਆਪ ਸੰਗਤ ਦੀ ਕਿਰਪਾ, ਸਤਿਗੁਰਾਂ ਦੀ ਕਿਰਪਾ ਦੁਆਰਾ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।